सो कहु टल गुर सेविया, अहनिस सहज सुभाए। दर्शन परस्या गुरु कै, जन्म मरण दुख जाए। वाहिगुरु साहिब जीओ, करतूत पशु की मानस जात। लोक पचारा करे दिन रात, बाहर भेख अंतर मल माया। छपस नाहे कछ करे छुपाया, बाहर ज्ञान ध्यान इशनान। अंतर व्यापै लोभ सुआन, अंतर अगन बाहर तन सुआहा। गल पाथर कैसे तरह अथाह, जाकै अंतर बसै प्रभ आप। नानक ते जन सहज समात, सुन अंधा कैसे मार्ग पावै। कर गह लिहो ओढ़ निबहावै, कहा बुझारत बूझै डोरा। निस कहिए तो समझै भोरा, कहाँ बिशन पद गावै गुंग। जतन करै तौ भी सुर भंग, कह पिंगल पर्वत पर भवन। नहीं होत ऊहा उस गवन, करतार करुणा में दीन बेनती करै। नानक तुमरी कृपा तरै, करतार करुणा में दीन बेनती करै। नानक तुमरी कृपा तरै। वाहिगुरु जी का खालसा, वाहिगुरु जी की फतेह। गरीब नवाज सतगुरु सच्चे पातशाह, दीन दुनिया दे मालक श्री गुरु ग्रंथ साहिब पातशाह जी दी चरण शरण विच सुभाएमान गुरु रूप साध संगत जी, थोड़ा जब आप जी बड़े प्यार सहित गुरु चरणों विच पहुँच के नतमस्तक हो के अपना जीवन भागशाली बना रहे हो। गुरु अर्जन देव पातशाह जी दे मुखार बिंद तो उचारण की हुई महान बाणी सुखमणी साहब विच अज आपां इस अष्टपदी दे विच जो कि चौथी अष्टपदी दे अगले 4 अंक हैं, इन्हां नूं विचारन दा यतन करांगे और सतगुरां दीयां बख्शिशां प्राप्त करन दा यतन करांगे। जिवें कि कल भी आपां विचारिया सी कि इहदे विच एक पासे साडे अवगुण, साडियां कमजोरियां, साडी अकिरत घणता ਉਹਦਾ वर्णन गुरु अर्जन देव जी करते ने। दूजे पासे परमात्मा की बख्शिश का वर्णन कर रहे हैं, क्योंकि मनुख भावें किन्ने पाप करे
ਹੀ ਕਿ ਪਾਪ ਤੇ ਇਸ ਤਰ੍ਹਾਂ ਦਾ ਹੈ, ਜਿਵੇਂ ਬਹੁਤ ਸਾਰਾ ਭੋਜਨ ਪਕਾ ਕੇ ਇੱਕ ਚੂੰਡੀ ਮਿੱਟੀ ਦੇ ਵਿੱਚ ਪਾ ਦਿਓ, ਉਹ ਸਾਰੇ ਨੂੰ ਕਿਰਕਰਾ ਕਰ ਦਿੰਦਾ। ਥੋੜਾ ਪਾਪ ਵੀ ਜੀਵਨ ਦੇ ਵਿੱਚ ਦੁਖਦਾਈ ਹੈ, ਪਰ ਫਿਰ ਵੀ ਮਨੁੱਖ ਜਿੰਨੇ ਵੀ ਪਾਪ ਕਰਦਾ ਉਹਨਾਂ ਦੀ ਇੱਕ ਹੱਦ ਹੈ, ਉਹਨਾਂ ਦੀ ਇੱਕ ਸੀਮਾ ਹੈ, ਉਹਨਾਂ ਨੂੰ ਤੋਲਿਆ ਜਾ ਸਕਦਾ। ਪਰ ਜੇ ਕਿਤੇ ਅਕਾਲ ਪੁਰਖ ਤਰੁੱਠ ਪਵੇ, ਕਿਰਪਾ ਕਰਦਾ, ਬਖਸ਼ਿਸ਼ ਕਰਦਾ, ਮਨੁੱਖ ਤੇ ਤਰਸ ਕਰ ਦਵੇ, ਤੇ ਤਰਸ ਇੰਨੀ ਵੱਡੀ ਸ਼ਕਤੀ ਰੱਖਦਾ ਵੀ ਉਹਦੇ ਅੱਗੇ ਪਤਾ ਨਹੀਂ ਪਹਾੜ ਪਾਪਾਂ ਦੇ ਜਿਹੜੇ ਨੇ ਇੱਕੋ ਦਮ ਵਹਿ ਕੇ ਪਾਸੇ ਖਤਮ ਹੋ ਜਾਣ। ਬਖਸ਼ਿਸ਼ ਇੰਨੀ ਵੱਡੀ। ਇਸ ਕਰਕੇ ਇਹ ਦੋਵੇਂ ਪ੍ਰਕਰਨ ਬਾਣੀ ਵਿੱਚ ਬਰਾਬਰ ਚੱਲਦੇ ਨੇ। ਇੱਕ ਪਾਸੇ ਮਨੁੱਖ ਦੇ ਕਰਮ, ਉਹਨਾਂ ਤੋਂ ਸਤਿਗੁਰੂ ਸੁਚੇਤ ਕਰਦੇ ਨੇ ਕਿ ਕਰਮ ਚੰਗੇ ਕਰ, ਸ਼ੁਭ ਕਰਮ ਕਰ, ਪਰ ਨਾਲ ਨਾਲ ਇੱਕ ਗੱਲ ਕਹਿੰਦੇ ਕਿ ਕਰਮਾਂ ਨਾਲ ਤੇਰਾ ਛੁਟਕਾਰਾ ਨਹੀਂ। ਇਹ ਬੜੀ ਵੱਡੀ ਬੁਝਾਰਤ ਇਤਿਹਾਸ ਵਿੱਚ, ਵਾਹਿਗੁਰੂ ਧਰਮ ਦੀ ਦੁਨੀਆ ਵਿੱਚ। ਗੁਰੂ ਸਾਹਿਬ ਕਈ ਥਾਵਾਂ ਤੇ ਕਹਿਣਗੇ ਕਿ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਮਿਲਣਾ ਜਦੋਂ ਕਿਰਪਾ ਨਾਲ, ਫਿਰ ਕਰਮ ਚੰਗੇ ਕਿਉਂ ਕਰੀਏ? ਬੜਾ ਵੱਡਾ ਇੱਕ ਵਿਚਾਰ ਹੈ। ਜਦੋਂ ਉਹਦੀ ਬਖਸ਼ਿਸ਼ ਤੋਂ ਬਿਨਾਂ ਬੰਦਾ ਛੁੱਟ ਹੀ ਨਹੀਂ ਸਕਦਾ। ਇਹਦੇ ਤੇ ਜ਼ੋਰ ਦਿੱਤਾ ਗਿਆ ਬਾਣੀ ਵਿੱਚ ਕਿ ਬਖਸ਼ਿਸ਼ ਤੋਂ ਬਿਨਾਂ, ਤਰਸ ਤੋਂ ਬਿਨਾਂ, ਕਿਰਪਾ ਤੋਂ ਬਿਨਾਂ ਛੁਟਕਾਰਾ ਹੀ ਨਹੀਂ। ਤੇ ਸਵਾਲ ਉੱਠਦਾ, ਸਤਿਗੁਰੂ ਫਿਰ ਸਾਨੂੰ ਕਿਉਂ ਕਹਿੰਦੇ ਹੋ ਵਾਰ-ਵਾਰ ਵੀ ਕਰਮ ਚੰਗੇ ਕਰ, ਕੰਮ ਚੰਗੇ ਕਰਿਆ ਕਰ, ਅਮਲ ਵਧੀਆ ਕਰ? ਇਹ ਕਿਉਂ ਹੈ? ਮੈਂ ਛੋਟੀ ਜਿਹੀ ਬੇਨਤੀ ਕਰਾਂ। ਕਿਉਂਕਿ ਛੋਟਾ ਜਿਹਾ ਸੰਸਾ ਵੀ ਧਰਮ ਦੇ ਮਾਰਗ ਤੇ ਮਨੁੱਖ ਨੂੰ ਕਈ ਵਾਰੀ ਬਹੁਤ ਲੰਮਾ ਸਮਾਂ ਅਟਕਾ ਕੇ ਰੱਖਦਾ ਹੈ। ਜੇ ਕਰਮਾਂ ਦਾ ਲਾਭ ਹੀ ਕੋਈ ਨਹੀਂ, ਜੇ ਸ਼ੁਭ ਕਰਮਾਂ ਦਾ ਅਸਰ ਹੀ ਕੋਈ ਨਹੀਂ ਹੋਣਾ, ਫਿਰ ਕਰਨੇ ਕਿਉਂ ਨੇ? ਗੁਰੂ ਸਾਹਿਬ ਨੇ ਜ਼ੋਰ ਦੇ ਕੇ ਕਿਹਾ ਚੰਗੇ ਕਰਮ ਕਰ, ਨਾਲ ਨਾਲ ਕਿਹਾ ਤੇਰੇ ਕਰਮਾਂ ਨਾਲ ਤੂੰ ਛੁੱਟਣਾ ਨਹੀਂ। ਇਹ ਬੜਾ ਨਾਭ ਤੋਲ ਗਹਿਰਾ ਹੈ ਖਿਆਲ ਕਰਨ। ਇਹਦਾ ਇੱਕ ਕਾਰਨ ਹੈ, ਚੰਗੇ ਕਰਮ ਕਰਕੇ ਅਸੀਂ ਛੁੱਟ ਤਾਂ ਨਹੀਂ ਸਕਦੇ, ਪਰ ਚੰਗੇ ਕਰਮ ਕਰਨ ਨਾਲ, ਕੋਸ਼ਿਸ਼ ਕਰਨ ਨਾਲ, ਇਉਂ ਸਮਝੋ ਕਿ ਸਾਡੀ ਅਪੀਲ, ਸਾਡੀ ਦਰਖਾਸਤ, ਸਾਡੀ ਅਰਜ਼ੀ ਪਰਮਾਤਮਾ ਦੇ ਘਰ ਤੱਕ ਚਲੀ ਜਾਂਦੀ ਹੈ। ਉਹਦੇ ਕਰਨ ਨਾਲ ਬੰਦਾ ਛੁੱਟਦਾ ਨਹੀਂ, ਛੁੱਟਦਾ ਬਖਸ਼ਿਸ਼ ਨਾਲ ਹੀ ਹੈ। ਪਰ ਜਿੰਨਾ ਚਿਰ ਇਹ ਸ਼ੁਭ ਕਰਮ ਕਰਨ ਦਾ ਯਤਨ ਨਹੀਂ ਕਰਦਾ, ਉਹਨਾਂ ਚਿਰ ਰੱਬ ਦੇ ਘਰ ਵਿੱਚ ਇਹਦੀ ਅਰਜ਼ੀ ਦਾਖਲ ਨਹੀਂ ਹੁੰਦੀ, ਪਹੁੰਚਦੀ ਨਹੀਂ ਇਹਦੀ ਆਵਾਜ਼। ਆਵਾਜ਼ ਪਹੁੰਚੀ ਸ਼ੁਭ ਕਰਮਾਂ ਨਾਲ, ਛੁੱਟਿਆ ਉਹਦੀ ਕਿਰਪਾ ਨਾਲ। ਦੋਵਾਂ ਦਾ ਜੋੜ ਬੈਠ ਗਿਆ, ਦੋਵੇਂ ਇਕੱਠੇ ਨੇ। ਇਸ ਕਰਕੇ ਕਈ ਵਾਰੀ ਅਸੀਂ ਇਸ ਗੱਲ ਨੂੰ ਆਲਸ ਦੀ ਦੁਨੀਆ ਵਿੱਚ ਵਹਿ ਕੇ ਕਹਿ ਦਿੰਦੇ ਹਾਂ, ਕੀ ਫਾਇਦਾ ਛੁੱਟਣਾ ਤੇ ਰੱਬ ਦੀ ਕਿਰਪਾ ਨਾਲ, ਚੰਗੇ ਕਰੀਏ ਕਿ ਮਾੜੇ ਕਰੀਏ ਕੋਈ ਫਾਇਦਾ ਨਹੀਂ। ਲਾਭ ਹੈ ਸ਼ੁਭ ਕਰਮਾਂ ਦਾ, ਕਿਉਂਕਿ ਉਹ ਕਰਨ ਦੇ ਨਾਲ ਅਸੀਂ ਪਰਮਾਤਮਾ ਦੇ ਦਾਇਰੇ ਵਿੱਚ ਆ ਜਾਂਦੇ ਹਾਂ। ਉਹ ਸਾਡੇ ਤੇ ਕੰਮ ਕਰ ਸਕਦਾ, ਸਾਡੇ ਤੇ ਬਖਸ਼ਿਸ਼ ਕਰ ਸਕਦਾ। ਇਸ ਕਰਕੇ ਸਤਿਗੁਰੂ ਨੇ ਇਹਨਾਂ ਸਾਰੇ ਸੰਤਾਂ ਵਿੱਚ ਇੱਕ ਪਾਸੇ ਸਾਡੇ ਜੀਵਨ ਦੇ ਵਿੱਚ ਹੋ ਰਹੇ ਅੰਧਾ-ਧੁੰਦ ਕੁਕਰਮਾਂ ਦੀ ਵਿਆਖਿਆ ਕੀਤੀ ਹੈ। ਮੈਂ ਪਹਿਲੇ ਸ਼ਬਦ ਤੋਂ ਆਰੰਭ ਕਰਾਂ। ਹਜ਼ੂਰ ਗੁਰੂ ਅਰਜਨ ਦੇਵ ਆਰੰਭ ਵਿੱਚ ਕਹਿੰਦੇ ਨੇ, ਕਰਤੂਤ ਪਸ਼ੂ ਕੀ ਮਾਨਸ ਜਾਤ। ਸਰੀਰ ਬੰਦੇ ਦਾ ਹੈ, ਸਰੀਰ ਮਨੁੱਖ ਦਾ ਹੈ, ਤੇ ਕਰਨੀ ਪਸ਼ੂਆਂ ਵਾਲੀ ਹੈ। ਪਸ਼ੂਆਂ ਵਾਲੀ ਕਰਨੀ ਬੰਦੇ ਦੇ ਸਰੀਰ ਦੇ ਵਿੱਚ ਤੁਸੀਂ ਕਈ ਵਾਰੀ ਵੇਖੋ। ਸਰੀਰ ਮਨੁੱਖ ਦਾ, ਕਰਨੀ ਪਸ਼ੂਆਂ ਦੀ, ਸੁਭਾਅ ਪਸ਼ੂਆਂ ਵਾਲਾ। ਇੱਕ ਸੁਭਾਅ, ਉਹਨੂੰ ਕਹਿੰਦੇ ਕੂਕਰ ਸੁਭਾਅ। ਕੂਕਰ ਦਾ ਇੱਕ ਸੁਭਾਅ ਹੈ ਕਿ ਉਹਦੇ ਮੂੰਹ ਵਿੱਚ ਗਰਾਈ ਪਈ ਹੋਵੇ, ਖਿਆਲ ਰੱਖਣਾ।
ਉਹ ਸੁਭਾਅ ਸਾਡੇ ਵਿੱਚ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ। ਤੁਸੀਂ ਇੱਕ ਕੁੱਤੇ ਨੂੰ ਰੋਟੀ ਪਾ ਦਿਓ ਤੇ ਕੁੱਤੇ ਦੀ ਆਦਤ ਹੈ ਰੋਟੀ ਪਕੜ ਕੇ ਭੱਜਦਾ, ਉੱਥੇ ਬਹਿ ਕੇ ਘੱਟ ਹੀ ਖਾਂਦਾ। ਲੈ ਕੇ ਦੌੜਿਆ ਗਿਆ ਤੇ ਜੇ ਰਸਤੇ ਵਿੱਚ ਕਿਤੇ ਪਾਣੀ ਆ ਗਿਆ ਨਾ, ਪੁਲ ਤੋਂ ਪਾਰ ਹੋਣ ਲੱਗਾ, ਜੇ ਉਹਦਾ ਧਿਆਨ ਪਾਣੀ ਵਿੱਚ ਪੈ ਗਿਆ ਤੇ ਜਦੋਂ ਪਾਣੀ ਵਿੱਚ ਝਾਂਕੇਗਾ ਉਹਦੇ ਵਿੱਚ ਉਹਨੂੰ ਆਪਣੀ ਹੀ ਤਸਵੀਰ ਦਿਸਣੀ, ਆਪਣਾ ਚਿਹਰਾ ਦਿਸੇਗਾ। ਉਹਨੇ ਆਪਣੇ ਚਿਹਰੇ ਨੂੰ ਵੇਖ ਕੇ ਇੱਕਦਮ ਪਹਿਲਾਂ ਤੇ ਭਰਮ ਦਾ ਸ਼ਿਕਾਰ ਹੋਣਾ, ਭੁਲੇਖੇ ਦਾ ਸ਼ਿਕਾਰ ਹੁੰਦਿਆਂ ਸਾਰ ਕੁੱਤੇ ਦੀ ਇੱਕ ਆਦਤ ਹੈ ਕਿ ਉਹ ਦੂਜੇ ਕੁੱਤੇ ਨੂੰ ਵੇਖ ਕੇ ਭੌਂਕਦਾ। ਜਿਉਂ ਹੀ ਭੌਂਕਿਆ ਤੇ ਉਹ ਗਰਾਈ ਜਿਹੜੀ ਸੀ ਮੂੰਹ ਵਿੱਚੋਂ ਡਿੱਗ ਪਈ। ਹੁਣ ਉੱਥੇ ਕੁੱਤਾ ਹੈ ਹੀ ਨਹੀਂ ਸੀ ਦੂਸਰਾ, ਉਹਦਾ ਹੀ ਤੇ ਪਰਛਾਵਾਂ ਸੀ। ਇਹ ਸੁਭਾਅ ਕਈ ਵਾਰੀ ਮਨੁੱਖੀ ਸਰੀਰ ਦੇ ਵਿੱਚ ਵਾਪਰਦਾ ਹੈ। ਉਹਦੇ ਕੋਲ ਬੜਾ ਕੁਝ ਹੁੰਦਾ ਹੈ, ਪਰ ਉਹਦੇ ਅੰਦਰ ਫਿਰ ਵੀ ਅੰਦਰ ਲੋਭ ਦਾ ਕੁੱਤਾ ਜਿਹੜਾ ਉਹ ਸ਼ਾਂਤ ਨਹੀਂ ਹੁੰਦਾ, ਦਿਨ ਰਾਤ ਹੋਰ ਅੱਗੇ ਔਰ ਖਾਸ ਕਰਕੇ ਦੂਜਿਆਂ ਨੂੰ ਵੇਖ ਕੇ ਭੌਂਕੀ ਜਾਂਦਾ ਹੈ। ਉੱਥੇ ਸਤਿਗੁਰਾਂ ਨੇ ਉਪਦੇਸ਼ ਦਿੱਤਾ, ਇਸ ਘਰ ਮੈਂ ਹੈ ਸੋ ਤੂੰ ਢੂੰਡ ਖਾਹੇ ਔਰ ਕਿਸ ਹੀ ਕੇ ਤੂੰ ਮਤ ਹੀ ਜਾ। ਜੋ ਕੁਝ ਤੈਨੂੰ ਹੈ ਮਿਲਿਆ ਉਹਨੂੰ ਤੂੰ ਖਾ, ਹੋਰ ਨਾ ਝਾਕ। ਤਾਂ ਇਹ ਸਾਰੀਆਂ ਬਿਰਤੀਆਂ ਗੁਰੂ ਅਰਜਨ ਦੇਵ ਪਾਤਸ਼ਾਹ ਮਨੁੱਖ ਦੀ ਕਰਤੂਤ ਦਾ ਵਰਣਨ ਕਰਦੇ ਨੇ। ਹਜ਼ੂਰ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ। ਸਰੀਰ ਬੰਦੇ ਦਾ ਸੀ, ਅਵਸਰ ਬੜਾ ਸੋਹਣਾ, ਚਾਂਸ ਬਹੁਤ ਵਧੀਆ, ਮੌਕਾ ਚੰਗਾ ਹੈ। ਮਨੁੱਖੀ ਸਰੀਰ ਦੁਆਰਾ ਅਸੀਂ ਆਪਣੇ ਜੀਵਨ ਨੂੰ ਬਹੁਤ ਉੱਚਾ ਲੈ ਕੇ ਜਾ ਸਕਦੇ ਹਾਂ। ਧਿਆਨ ਦੁਆਰਾ, ਸਿਮਰਨ ਦੁਆਰਾ, ਗੁਰਬਾਣੀ ਦੁਆਰਾ ਇਸ ਨੂੰ ਬਹੁਤ ਹੀ ਉੱਤਮ ਤੇ ਵੱਡੇ ਰਸ ਦੇ ਨਾਲ ਜੋੜਿਆ ਜਾ ਸਕਦਾ, ਕਨੈਕਸ਼ਨ ਕੀਤਾ ਜਾ ਸਕਦਾ। ਪਰ ਇਹ ਨੀਵੀਆਂ ਬਿਰਤੀਆਂ ਵਿੱਚ ਜਿਉਂਦਾ ਰਹਿੰਦਾ, ਜਿਹਨੂੰ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ। ਸੱਚ ਤਾਂ ਇਹ ਹੈ ਜੇ ਮਨੁੱਖ ਸਿਮਰਨ ਨਹੀਂ ਕਰਦਾ, ਬਾਕੀ ਜਿੰਨੇ ਕਰਮ ਨੇ ਉਹ ਪਸ਼ੂਆਂ ਵਾਲੇ ਨੇ, ਪਸ਼ੂਆਂ ਵਾਲੇ ਕਰਮ ਨੇ। ਨਾਮ ਨੂੰ ਛੱਡ ਕੇ ਅਸੀਂ ਜੋ ਕੁਝ ਵੀ ਕਰ ਰਹੇ ਹਾਂ, ਤੁਸੀਂ ਉਹਨਾਂ ਨੂੰ ਗਿਣ ਕੇ ਵੇਖ ਲਓ, ਸਾਰੇ ਕਰਮ ਪਸ਼ੂ ਵਾਲੇ ਨੇ, ਉਸ ਤੋਂ ਵੱਖਰੇ ਨਹੀਂ। ਫਿਰ ਮਨੁੱਖ ਵੱਖਰਾ ਕੀ ਹੋਇਆ? ਕੀ ਫਰਕ ਪਿਆ ਸਾਡੇ ਵਿੱਚ ਤੇ ਸਾਡੇ ਘਰ ਵਿੱਚ ਰੱਖੇ ਹੋਏ ਪਸ਼ੂਆਂ ਵਿੱਚ? ਕਿਉਂਕਿ ਉਹ ਵੀ ਖਾਂਦਾ, ਅਸੀਂ ਵੀ ਖਾ ਲਿਆ, ਕੋਈ ਫਰਕ ਨਹੀਂ। ਉਹਦੇ ਵੀ ਬੱਚੇ, ਆਪਣਾ ਵੀ ਪਰਿਵਾਰ ਹੈ, ਉਹਦੀਆਂ ਵੀ ਅੱਖਾਂ ਨੇ ਦੇਖ ਸਕਦਾ ਦ੍ਰਿਸ਼, ਸਾਡੇ ਕੋਲ ਵੀ ਅੱਖਾਂ, ਉਹਦੇ ਕੋਲ ਵੀ ਕੰਨ, ਸਾਡੇ ਕੋਲ ਵੀ ਕੰਨ ਨੇ। ਉਹ ਵੀ ਤੁਰਦਾ, ਅਸੀਂ ਵੀ ਤੁਰ ਲੈਂਦੇ ਹਾਂ, ਉਹ ਵੀ ਕੰਮ ਕਰ ਸਕਦਾ ਹੈ, ਨੀਂਦ ਉਸ ਨੂੰ ਵੀ ਆਉਂਦੀ, ਭੁੱਖ ਲੱਗਦੀ। ਇਹ ਸਾਰੀਆਂ ਅਵਸਥਾਵਾਂ ਸਾਡੇ ਵਿੱਚ ਵੀ ਹਨ। ਤੇ ਇਹਦੇ ਤੋਂ ਬਿਨਾਂ ਇੱਕ ਵੱਖਰੀ ਅਵਸਥਾ ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ, ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ। ਇਹਦੇ ਸਰੀਰ ਦੇ ਅੰਦਰ ਇੱਕ ਬਹੁਤ ਉੱਚਾ ਰਸ, ਜਿਹਨੂੰ ਸੱਚ ਦੀ ਸ਼ਰਾਬ ਕਹਿੰਦੇ ਨੇ, ਇਹਦੀ ਦੇਹ ਦੇ ਵਿੱਚ ਇੱਕ ਬਹੁਤ ਵੱਡਾ ਮੈਖਾਨਾ ਹੈ। ਉਹਨੂੰ ਪੀਣ ਤੋਂ ਬਿਨਾਂ ਇਹਦੀ ਕਦੀ ਚਿੰਤਾ ਨਹੀਂ ਲੈਂਦੀ। ਜੇ ਇਸ ਦੇਹ ਦੇ ਹੁੰਦਿਆਂ ਉਹਨੂੰ ਨਹੀਂ ਲੱਭਣ ਦਾ ਯਤਨ ਕਰਦਾ ਤਾਂ ਇਹ ਪਸ਼ੂ ਤੋਂ ਨੀਵਾਂ। ਹਜ਼ੂਰ ਇਸ ਤਰ੍ਹਾਂ ਬਚਨ ਕਰਦੇ ਨੇ। ਔਰ ਅੱਗੇ ਬਚਨ ਕਹਿ ਲੋਕ ਪਚਾਰਾ ਕਰੈ ਦਿਨ ਰਾਤ। ਇਸ ਪੰਜਵੇਂ ਬੰਦ ਵਿੱਚ ਧਾਰਮਿਕ ਜਗਤ ਤੇ ਚੋਟ ਮਾਰੀ ਗਈ। ਖਿਆਲ ਰੱਖ, ਇਹਦੇ ਵਿੱਚ ਕੋਈ ਆਦਮੀ ਮਾਇਆਧਾਰੀ ਹੈ, ਇਕੱਲੇ ਉਹਨੂੰ ਚੋਟ ਨਹੀਂ, ਇਹਦੇ ਵਿੱਚ ਆਪਾਂ ਸਾਰੇ ਆ ਗਏ, ਇਹ ਖਿਆਲ ਰੱਖਣਾ। ਆਹ ਜਿਹੜਾ ਬੰਦ ਹੈ, ਇਹਦੇ ਵਿੱਚ ਧਾਰਮਿਕ ਜਗਤ ਵਿੱਚ ਵਿਚਰਨ ਵਾਲੇ ਲੋਕਾਂ ਤੇ ਚੋਟ ਕੀਤੀ ਗਈ। ਕਿਉਂਕਿ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਜੇ ਤੂੰ ਧਰਮ ਕਮਾਉਣਾ ਹੈ ਤੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਨਾ ਕਮਾਈ। ਲੋਕ ਪਚਾਰਾ ਕਰੈ ਦਿਨ ਰਾਤ। ਤੂੰ ਇਸ ਤਰ੍ਹਾਂ ਨਾ ਸੋਚੀ ਵੀ ਲੋਕ ਕਿਵੇਂ ਖੁਸ਼ ਹੋਣਗੇ, ਤੂੰ ਉਸ ਤਰ੍ਹਾਂ ਦੇ ਉਹ ਧਰਮੀ ਬੰਦਾ ਸਮਝ ਲਓ ਆਪਣੇ ਰਾਹ ਤੋਂ ਥਿੜਕ ਗਿਆ, ਜਿਹੜਾ ਕਿਸੇ ਸੰਸਾਰ ਦੀ ਸ਼ਕਤੀ ਨੂੰ ਖੁਸ਼ ਕਰਨ ਵਾਸਤੇ ਧਰਮ ਕਮਾ ਰਿਹਾ। ਗੁਰੂ ਸਾਹਿਬ ਨੇ ਇੱਕ ਬਚਨ ਕਿਹਾ ਨਾ ਬਾਣੀ ਵਿੱਚ, ਉਦੋਂ ਰਾਜ ਸੀ ਤੁਰਕਾਂ ਦਾ, ਜਦੋਂ ਇਹ ਬਾਣੀ ਉਚਾਰੀ ਗਈ। ਤੇ ਤੁਰਕ ਜਿਹੜੇ ਨੇ ਨੀਲਾ ਰੰਗ ਪਸੰਦ ਕਰਦੇ ਸਨ, ਉਹਨਾਂ ਦਾ ਰੰਗ ਨੀਲਾ ਸੀ। ਤੇ ਜਿਹੜੇ ਲੋਕਾਂ ਨੇ, ਭਾਵੇਂ ਉਹ ਖੱਤਰੀ ਹੁੰਦੇ ਸਨ, ਭਾਵੇਂ ਬ੍ਰਾਹਮਣ, ਭਾਵੇਂ ਸ਼ੂਦਰ ਤੇ ਭਾਵੇਂ ਵੈਸ਼,
ਜਿਨ੍ਹਾਂ ਨੇ ਉਸ ਵੇਲੇ ਸਰਕਾਰ ਨੂੰ ਖੁਸ਼ ਕਰਨਾ ਹੁੰਦਾ ਸੀ ਨਾ, ਆਪਣੇ ਸਰੀਰ ਤੇ ਨੀਲੇ ਕੱਪੜੇ ਪਾ ਲੈਂਦੇ ਸੀ। ਪੁੱਛਿਆ ਕਿਉਂ ਪਾਉਂਦੇ ਹੋ, ਤੁਹਾਡੇ ਤੇ ਵਸਤਰ ਹੋਰ ਰੰਗ ਦੇ ਨੇ, ਪੰਡਤ ਦੇ ਹੋਰ ਰੰਗ ਦੇ ਨੇ, ਇਹ ਕਿਉਂ ਪਾਏ ਜੇ? ਉਹ ਕਹਿੰਦੇ ਸਨ ਜੀ ਸਾਹਿਬ ਨਾਰਾਜ਼ ਹੋ ਜਾਣਗੇ। ਉਹ ਕਹਿੰਦੇ ਸਨ ਵੀ ਇਸ ਦੇਸ਼ ਦਾ ਜਿਹੜਾ ਰਾਜਾ ਹੈ ਉਹ ਇਹਨਾਂ ਗੱਲਾਂ ਨੂੰ ਪਸੰਦ ਕਰਦਾ ਹੈ। ਤਾਂ ਇਉਂ ਸਮਝੋ ਜਿਹੜਾ ਧਰਮੀ ਬੰਦਾ ਸਮੇਂ ਦੇ ਲੋਕਾਂ ਨੂੰ, ਸਮੇਂ ਦੇ ਤਾਕਤਵਰ ਲੋਕਾਂ ਨੂੰ ਖੁਸ਼ ਕਰਨ ਵਾਸਤੇ ਕੁਝ ਵੀ ਕਰਦਾ ਹੈ, ਇਕੱਲੇ ਕੱਪੜੇ ਨਹੀਂ, ਉਹਨਾਂ ਦੀ ਨਜ਼ਰ ਵਿੱਚ ਆਉਣਾ ਚਾਹੁੰਦਾ ਹੈ, ਉਹਨਾਂ ਦੀ ਨਜ਼ਰ ਵਿੱਚ ਪ੍ਰਵਾਨ ਹੋਣਾ ਚਾਹੁੰਦਾ ਹੈ ਵੀ ਆਹ ਬੰਦਾ ਸਭ ਤੋਂ ਵਧੀਆ ਹੈ, ਉਹ ਆਦਮੀ ਧਰਮੀ ਨਹੀਂ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਨੀਲ ਵਸਤਰ ਪਹਿਰ ਹੋਵੇ ਪ੍ਰਵਾਨ, ਪ੍ਰਵਾਨ ਹੋਣਾ ਚਾਹੁੰਦਾ ਹੈ। ਕਿਹਦੀ ਨਜ਼ਰ ਵਿੱਚ? ਗੁਰੂ ਦੀ ਨਜ਼ਰ ਵਿੱਚ ਨਹੀਂ। ਪ੍ਰਵਾਨ ਤਾਂ ਉਹ ਵੀ ਨੇ ਜਿਨ੍ਹਾਂ ਨੂੰ ਪੰਚ ਪ੍ਰਵਾਨ ਕਿਹਾ, ਪਰ ਇਹ ਕਿਹੜਾ ਪ੍ਰਵਾਨ ਹੋਏ ਜਿਹੜੇ ਨੀਲੇ ਨੀਲ ਵਸਤਰ ਪਹਿਰ, ਉਹ ਕੱਪੜੇ ਨੀਲੇ ਪਾਉਂਦੇ ਨੇ, ਕਾਹਦੇ ਵਾਸਤੇ? ਹੋਵੇ ਪ੍ਰਵਾਨ, ਵੀ ਕਿਤੇ ਪ੍ਰਵਾਨ ਹੋ ਜਾਈਏ ਸਰਕਾਰ ਦੀ ਨਜ਼ਰ ਵਿੱਚ। ਤਾਂ ਇਸ ਤਰ੍ਹਾਂ ਦੇ ਲੋਕ ਜਿਹੜੇ ਹਨ, ਇਹ ਨਹੀਂ ਵੀ ਨੀਲੇ ਰੰਗ ਦੇ ਖਿਲਾਫ ਨੇ ਗੁਰੂ ਸਾਹਿਬ। ਗੁਰੂ ਸਾਹਿਬ ਸੱਚ ਜਾਣੋ ਕਿਸੇ ਰੰਗ ਦੇ ਖਿਲਾਫ ਨਹੀਂ। ਅਸੀਂ ਕੁਝ ਹੱਦ ਬੰਨੀਆਂ ਜੀਆਂ ਵੈਸੇ ਹੀ ਬੰਨ੍ਹ ਦਿੱਤੀਆਂ। ਤੁਸੀਂ ਸਤਿਗੁਰਾਂ ਦੇ ਪਏ ਹੋਏ ਪੁਰਾਣੇ ਵਸਤਰ ਜਾ ਕੇ ਦਰਸ਼ਨ ਕਰਕੇ ਵੇਖੋ, ਉੱਥੇ ਹੱਦ ਬੰਨੀਆਂ ਕੋਈ ਨਹੀਂ, ਉਹਨੇ ਉੱਥੇ ਕੋਈ ਰੰਗ ਨਹੀਂ। ਅਸੀਂ ਰੰਗਾਂ ਦੀ ਕੈਦ ਵਿੱਚ ਆ ਗਏ ਹਾਂ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਤੇ ਇਹ ਗੱਲ ਕਹੀ ਸੀ, ਜਦੋਂ ਜੋਗੀਆਂ ਨੇ ਕਿਹਾ ਗੇਰੂਏ ਪਾਓ। ਬੰਦੇ ਦੀ ਆਦਤ ਤੇ ਜਿਹੜੇ ਕੱਪੜੇ ਮੈਂ ਪਾਉਣਾ ਦੂਜੇ ਪਾਉਣ ਤਾਂ ਹੈ। ਜਦੋਂ ਜੋਗੀਆਂ ਕੋਲ ਗਏ ਉਹਨਾਂ ਨੇ ਵੀ ਕਿਹਾ ਕੱਪੜੇ ਗੇਰੂਏ ਪਾਓ, ਪਹਿਲਾਂ ਇਹ ਪਾਓ। ਹਜ਼ੂਰ ਨੇ ਇੱਕ ਸਵਾਲ ਕੀਤਾ, ਕਹਿਣ ਲੱਗੇ ਯੋਗੀ ਰਾਜ ਤੁਸੀਂ ਕਦੀ ਰੱਬ ਨੂੰ ਵੇਖਿਆ ਉਹ ਕਿਹੜੇ ਕੱਪੜੇ ਪਾਉਂਦਾ? ਜੇ ਤੇ ਉਹਨੇ ਗੇਰੂਏ ਪਾਏ ਨੇ ਮੈਂ ਵੀ ਪਾ ਲੈਣਾ, ਕੋਈ ਫਰਕ ਨਹੀਂ ਪਏਗਾ। ਕਹਿਣ ਲੱਗੇ ਜੀ ਛੱਡੋ ਰੱਬ ਦੀ ਗੱਲ ਕਿਹੜੀ, ਤੁਸੀਂ ਆਪਣੀ ਗੱਲ ਕਰੋ ਇੱਥੋਂ ਦੀ। ਤਾਂ ਸਤਿਗੁਰਾਂ ਨੇ ਉੱਥੇ ਇੱਕ ਬਚਨ ਕੀਤਾ, ਕਹਿੰਦੇ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼। ਆਦ ਅਨੀਲ, ਉਹ ਤੇ ਆਦ ਤੋਂ ਅਨੀਲ ਭਾਵ ਕਿਸੇ ਵੀ ਰੰਗ ਤੋਂ ਬਾਹਰ ਹੈ। ਅਨੀਲ ਦਾ ਮਤਲਬ ਜਿਹਦਾ ਕੋਈ ਰੰਗ ਨਹੀਂ, ਨੀਲੇ ਤੋਂ ਬਾਹਰ, ਕਾਲੇ ਤੋਂ ਬਾਹਰ, ਸਫੈਦ ਤੋਂ, ਗੇਰੂਏ ਤੋਂ, ਲਾਲ ਤੋਂ, ਪੀਲੇ ਤੋਂ, ਸਭ ਤੋਂ ਉੱਚਾ ਹੈ, ਅਰੰਗ ਹੈ। ਕਲਗੀਆਂ ਵਾਲੇ ਨੇ ਤੇ ਸਪਸ਼ਟ ਕਰ ਦਿੱਤਾ, ਨਾਮ ਹੈ, ਅਠਾਮ ਹੈ, ਅਕਾਮ ਹੈ। ਕਿਉਂ ਕਿਹਾ? ਕਿਤੇ ਇਹ ਕੱਪੜੇ ਰੰਗ ਤਾਂ ਦਿੱਤੇ ਸਨ ਕਿ ਬੰਦਾ ਇੱਕ ਮਾਰਗ ਤੇ ਤੁਰਦਾ ਰਵੇ, ਤਾਂ ਰੰਗ ਦਿੱਤੇ ਸਨ ਸਾਰੇ ਧਰਮਾਂ ਨੇ ਆਪਣੇ ਆਪਣੇ। ਪਰ ਇਹਨੇ ਕੀਤਾ ਕਿ ਇਹਨੇ ਰੰਗਾਂ ਨੂੰ ਹੀ ਫੜ ਲਿਆ। ਰੰਗਾਂ ਪਿੱਛੇ ਲੋਕ ਲੜਦੇ ਨੇ, ਰੰਗਾਂ ਪਿੱਛੇ ਇੱਕ ਦੂਜੇ ਨਾਲ ਨਫ਼ਰਤ ਕਰਦੇ ਨੇ। ਜੇ ਤੁਸੀਂ ਸਾਧ ਸੰਗਤ ਕਾਲੀਆਂ ਪੱਗਾਂ ਵਾਲਿਆਂ ਦੀ ਸਭਾ ਵਿੱਚ ਚਲੇ ਜਾਓ ਤੇ ਜੇ ਕਿਤੇ ਸਫੈਦ ਬੰਨੀ ਹੋਵੇ, ਭਾਵੇਂ ਅਸੀਂ ਕੌਣ ਆਦਮੀ ਆ, ਪਰ ਕਾਲੀਆਂ ਵਾਲਿਆਂ ਨੇ ਘੂਰ ਘੂਰ ਕੇ ਵੇਖਣਾ ਵੀ ਇਹ ਸਫੈਦ ਪੱਗ ਵਾਲਾ ਕੌਣ ਆ ਗਿਆ। ਇਸ ਤਰ੍ਹਾਂ ਅਸੀਂ ਇੱਕ ਦੂਜੇ ਦੇ ਛੋਟੇ ਛੋਟੇ ਚੱਕਰਾਂ ਵਿੱਚ ਫਸ ਗਏ, ਜਿਨ੍ਹਾਂ ਤੋਂ ਗੁਰੂ ਸਾਹਿਬ ਨੇ ਸਾਨੂੰ ਉੱਚਾ ਕੀਤਾ ਸੀ। ਤਾਂ ਸਤਿਗੁਰੂ ਨੇ ਕਿਹਾ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਰੱਬ ਦਾ ਵੇਸ ਇੱਕੋ ਏ, ਉਹਦੇ ਕੱਪੜੇ ਨੇ ਗੁਰੂ ਕਾ ਸ਼ਬਦ, ਗੁਰਬਾਣੀ ਉਹਦੇ ਵਸਤਰ ਨੇ। ਜਿਹਨੇ ਉਹਨੂੰ ਫੜਨਾ, ਤਾਂ ਹੀ ਸਤਿਗੁਰੂ ਨੇ ਕਿਹਾ ਬਾਣੀ ਨਾਲ ਜੁੜ। ਬਾਣੀ ਉਹਦਾ ਰੂਪ ਵੀ ਹੈ ਤੇ ਉਹਦਾ ਵਸਤਰ ਵੀ ਹੈ। ਤੂੰ ਵਸਤਰ ਨੂੰ ਹੱਥ ਪਾਏਗਾ ਤੇ ਅਗਲੇ ਪਾਸੇ ਉਹ ਬੈਠਾ ਹੋਇਆ ਹੈ। ਇਸ ਤਰ੍ਹਾਂ ਕਹਿੰਦੇ, ਪਰ ਕੀ ਹੋਇਆ? ਨੀਲ ਵਸਤਰ ਪਹਿਰ ਹੋਵੇ ਪ੍ਰਵਾਨ। ਇਹ ਲੋਕਾਂ ਨੂੰ ਖੁਸ਼ ਕਰਨ ਵਾਸਤੇ ਧਰਮੀ ਮਨੁੱਖ ਕੀ ਕਰ ਰਿਹਾ? ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਲੋਕ ਪਚਾਰਾ ਕਰੈ ਦਿਨ ਰਾਤ। ਜੋ ਰੀਤ ਚੱਲਦੀ ਏ ਪਈ, ਜਿਹੜੇ ਬਹੁਤੀ ਗਿਣਤੀ ਵਿੱਚ ਲੋਕ ਕਰਦੇ ਨੇ, ਜਿਹੜਾ ਗੁਰੂ ਕਾ ਸਿੱਖ ਅੰਮ੍ਰਿਤ ਪਾਨ ਕਰਕੇ ਅੰਮ੍ਰਿਤ ਧਾਰੀ ਏ, ਜੇ ਉਹ ਕਵੇ ਵੀ ਆਹ ਰੀਤਾਂ ਤੇ ਸੰਸਾਰ ਦੇ ਲੋਕ ਕਰ ਰਹੇ ਨੇ, ਵਿਆਹਾਂ ਵਿੱਚ, ਹੋਰ ਪਾਰਟੀਆਂ ਦੇ ਵਿੱਚ, ਕੀ ਕਰੀਏ, ਸਾਨੂੰ ਵੀ ਕਰਨੀਆਂ ਪੈਣੀਆਂ ਨੇ, ਇਹ ਉਹਨਾਂ ਦਾ ਜ਼ਿਕਰ ਕੀਤਾ ਗਿਆ। ਉਧਰੋਂ ਗੁਰੂ ਕੋਲ ਵੀ ਆਉਣਾ, ਉਧਰੋਂ
समाज ਨੂੰ ਵੀ खुश करना है। ਤੇ ਸਮਾਜ ਕੋਈ ਬਹੁਤ ਵੱਡਾ ਸਿਆਣਾ ਵੀ ਸਮਾਜ ਹੋਵੇ, ਚਲੋ ਮੈਂ ਇਹ ਨਹੀਂ ਕਹਿੰਦਾ ਵੀ ਸਮਾਜ ਦੀ ਗੱਲ ਨਾ ਮੰਨੋ, ਪਰ ਸਮਾਜ ਦੇ ਪੱਲੇ ਤਾਂ ਹੋਵੇ। ਸਿਆਣੇ ਕਹਿੰਦੇ ਨੇ ਜੇ ਤੂੰ ਉਂਗਲ ਫੜ ਕੇ ਤੁਰਨਾ ਹੈ, ਘੱਟੋ ਘੱਟ ਪਤਾ ਕਰ ਲੈ ਇਸ ਬੰਦੇ ਦੀਆਂ ਅੱਖਾਂ ਠੀਕ ਨੇ, ਕਿਤੇ ਖਰਾਬ ਤੇ ਨਹੀਂ, ਅੰਨਾ ਤੇ ਨਹੀਂ ਕਿਤੇ। ਜਿਸ ਸਮਾਜ ਦੀ ਉਂਗਲ ਅਸੀਂ ਫੜ ਕੇ ਤੁਰਨੇ ਆਪਾਂ, ਉਹਨੂੰ ਟੈਸਟ ਕਰੋ ਵੀ ਉਹਦੀਆਂ ਅੱਖਾਂ ਹੈਣ ਕਿ ਨਹੀਂ, ਉਹ ਅੰਧਾ ਹੈ, ਉਹਦੀਆਂ ਅੱਖਾਂ ਨਹੀਂ। ਸੁਜਾਖਾ ਹੋਵੇ ਤੇ ਚੱਲੋ ਸਮਾਜ ਨਾਲ, ਕੋਈ ਗੱਲ ਨਹੀਂ। ਸਮਾਜਵਾਦ ਬਹੁਤ ਵਧੀਆ ਚੀਜ਼ ਹੈ, ਪਰਿਵਾਰਵਾਦ ਚੰਗੀ ਚੀਜ਼ ਹੈ, ਖਾਨਦਾਨ ਚੰਗੀ ਚੀਜ਼ ਹੈ, ਪਰ ਖਾਨਦਾਨ ਅੰਧਾ ਹੋਵੇ ਤੇ ਉਹਦਾ ਕੀ ਕਰਾਂਗੇ। ਇਸ ਤਰ੍ਹਾਂ ਦੀ ਇੱਥੇ ਇੱਕ ਬਿਆਨ ਕੀਤਾ ਗਿਆ। ਧਾਰਮਿਕ ਲੋਕਾਂ ਤੇ ਕਹਿੰਦੇ ਉਹ ਦਿਨ ਰਾਤ ਇਸੇ ਕੰਮ ਵਿੱਚ ਰੁੱਝੇ ਰਹਿੰਦੇ ਨੇ, ਸੰਸਾਰੀ ਨਾ ਰੁੱਸ ਜਾਣ। ਲੋਕ ਪਚਾਰਾ ਕਰੇ ਦਿਨ ਰਾਤ, ਸਹਿਬ ਕਹਿੰਦੇ ਬਾਹਰ ਭੇਖ ਅੰਤਰ ਮਲ ਮਾਇਆ। ਭੇਖ ਬੜਾ ਖਿੱਚ ਖਿੱਚ ਕੇ ਲਾਇਆ। ਹੁਣ ਇੱਥੇ ਖਿਆਲ ਰੱਖਣਾ, ਭੇਖ ਤਾਂ ਸਾਰੇ ਧਰਮਾਂ ਨੇ ਆਪੋ ਆਪਣਾ ਦਿੱਤਾ। ਬਾਹਰੋਂ ਭੇਖ ਕਹਿੰਦੇ ਬਹੁਤ ਵਧੀਆ, ਵੇਖ ਕੇ ਭੁਲੇਖਾ ਪੈ ਜਾਂਦਾ ਵੀ ਇਹ ਵੀ ਕਦੀ ਪਾਪ ਕਰ ਸਕਦਾ, ਇੰਨਾ ਸੋਹਣਾ ਭੇਖ। ਅਜੇ ਜਿਹੜਾ ਬੰਦਾ ਧਰਮੀ ਨਹੀਂ, ਸ਼ਾਇਦ ਉਹਦਾ ਵਲ ਅੱਗੇ ਪਿੱਛੇ ਹੋ ਜਾਏ, ਪਰ ਇੱਧਰ ਇਹ ਆਪਾਂ ਹੋਣ ਨਹੀਂ ਦਿੰਦੇ ਬਿਲਕੁਲ, ਵੇਖ ਕੇ ਬਿਲਕੁਲ। ਔਰ ਮੈਂ ਵੀ ਬੇਨਤੀ ਕਰਦਿਆਂ, ਜਦੋਂ ਮੈਂ ਇਸ ਤਰ੍ਹਾਂ ਦੀ ਵਿਆਖਿਆ ਕਰਨਾ ਤੇ ਗੁਰਬਾਣੀ ਦੀ ਵਿਆਖਿਆ ਹੈ, ਜਿਹੜੇ ਲੋਕ ਕਈ ਭੇਖ ਨਾਲ ਬਹੁਤੇ ਬੱਝੇ ਹੁੰਦੇ ਨੇ, ਉਹ ਕਹਿੰਦੇ ਨੇ ਗੁਰਮਤ ਦੇ ਖਿਲਾਫ ਬੋਲ ਰਹੇ ਨੇ। ਮੇਰੇ ਸੁਣਨ ਵਿੱਚ ਆਇਆ। ਯਾਦ ਰੱਖੋ, ਜੇ ਗੁਰੂ ਨਾਨਕ ਦੇਵ ਜੀ ਨੇ ਇੱਕ ਜਨੇਊ ਵਾਲੇ ਨੂੰ ਚੋਟ ਮਾਰੀ ਏ, ਤੇਰਾ ਜਨੇਊ ਕੀ ਕਰਦਾ? ਤੇਰੇ ਵਿੱਚ ਦਇਆ ਨਹੀਂ, ਸੰਤੋਖ ਨਹੀਂ, ਧਰਮ ਨਹੀਂ। ਜੇ ਇੱਕ ਸੁੰਨਤ ਵਾਲੇ ਨੂੰ ਚੋਟ ਮਾਰੀਏ, ਜੇ ਇੱਕ ਗੇਰੂਵੇ ਕੱਪੜੇ ਵਾਲੇ ਨੂੰ ਮਾਰੀਏ, ਤੇ ਸਾਧ ਸੰਗਤ ਆਪਾਂ ਵੀ ਉਸੇ ਹੀ ਰਾਹ ਤੇ ਜਨਮ ਲਿਆ। ਆਪਾਂ ਕੁਝ ਸੋਨੇ ਦੇ ਸਰੀਰ ਵਾਲੇ ਨਹੀਂ, ਅਸੀਂ ਵੀ ਮਨੁੱਖੀ ਹਾਂ। ਅਸੀਂ ਵੀ ਜੇ ਕੇਵਲ ਭੇਖ ਪਾ ਕੇ ਇੱਕ ਕੌੜੀ ਸੱਚਾਈ, ਔਰ ਮੈਨੂੰ ਪਤਾ ਹੈ ਕਿ ਬਹੁ ਗਿਣਤੀ ਨੂੰ ਖੁਸ਼ ਕਰਨ ਵਾਸਤੇ ਠੀਕ ਨਹੀਂ, ਪਰ ਆਪਾਂ ਕਿਹੜਾ ਇਲੈਕਸ਼ਨ ਲੜਨੀ ਹੈ, ਧਰਮ ਦੀ ਗੱਲ ਕਰਨੀ ਨਾ। ਸਾਨੂੰ ਇਸ ਚੀਜ਼ ਦੀ ਜ਼ਰੂਰਤ ਨਹੀਂ ਕਿ ਕਿੰਨੇ ਲੋਕ ਖੁਸ਼ ਹੁੰਦੇ ਨੇ। ਜਿਨ੍ਹਾਂ ਨੇ ਲੋਕਾਂ ਨੂੰ ਖੁਸ਼ ਕਰਨਾ ਉਹ ਸਭ ਕੁਝ ਕਰਨਗੇ। ਲੋਕ ਪ੍ਰਚਾਰਾ ਕਰੇ ਦਿਨ ਰਾਤ, ਪਰ ਸੱਚ ਨੂੰ ਸੱਚ ਕਹੀ। ਜਿੱਥੇ ਭੇਖ ਦੀ ਗੱਲ ਸਤਿਗੁਰਾਂ ਨੇ ਕੀਤੀ ਉਹ ਠੀਕ, ਬਿਲਕੁਲ ਠੀਕ ਹੈ। ਸਤਿਗੁਰੂ ਨੇ ਖਾਲਸੇ ਦਾ ਬਾਹਰਲਾ ਰੂਪ ਦਿੱਤਾ, ਉਹਨੂੰ ਅਪਣਾਈਏ, ਬਿਲਕੁਲ ਕੋਈ ਸ਼ੱਕ ਨਹੀਂ। ਪਰ ਇਹ ਵੀ ਖਿਆਲ ਰੱਖੀਏ ਕਿਤੇ ਆਪਣੇ ਮਨ ਦੀ ਬਣਾਈ ਹੋਈ ਸਿੱਖੀ ਤੇ ਵਿਸ਼ਵਾਸ ਕਰਕੇ ਆਪਣੀ ਜ਼ਿੰਦਗੀ ਅਜਾਈ ਨਾ ਗਵਾ ਲਈ। ਖਾਲਸਾ ਕੀ ਹੈ ਇਹਦੇ ਅਰਥ ਸਮਝ ਲਈਏ, ਖਾਲਸਾ ਕੌਣ ਹੈ ਇਹਦੇ ਅਰਥ ਸਮਝ ਲਈਏ। ਤਾਂ ਇਸ ਤਰ੍ਹਾਂ ਦੀਆਂ ਇਹ ਚੀਜ਼ਾਂ ਕਦੋਂ ਹੁੰਦੀਆਂ ਨੇ? ਜਦੋਂ ਫਰੀਦ ਸਾਹਿਬ ਕਹਿੰਦੇ ਨੇ, ਜਦੋਂ ਨਵਾਂ ਨਵਾਂ ਬੰਦਾ ਤੁਰਦਾ ਹੈ ਨਾ ਧਰਮ ਦੇ ਮਾਰਗ ਤੇ, ਉਦਾਹਰਨਾਂ ਉਹਨਾਂ ਨੇ ਦਿੱਤੀਆਂ ਨੇ। ਉਹ ਕਹਿੰਦੇ ਨੇ ਜਦੋਂ ਨਵਾਂ ਨਵਾਂ ਧਾਰਮਿਕ ਤੇ ਉਦਾਹਰਨ ਉਹਨਾਂ ਨੇ ਉਸ ਸੁਹਾਗਣ ਦੀ ਦਿੱਤੀ ਹੈ ਜੋ ਨਵੀਂ ਨਵੀਂ ਇਸ ਰਾਹ ਤੇ ਤੁਰੀ ਹੈ। ਉਹ ਕਹਿੰਦੇ ਨੇ ਨਾਤੀ ਧੋਤੀ ਸੰਭਹੀ। ਨਾਤੀ ਧੋਤੀ ਸੰਭਹੀ ਦਾ ਮਤਲਬ ਹੈ ਇੱਕ ਇਸਤਰੀ ਨੇ, ਇੱਕ ਸੁਹਾਗਣ ਨੇ ਨਵੀਨ ਤੌਰ ਤੇ ਬੜਾ ਸ਼ਿੰਗਾਰ ਕੀਤਾ, ਸਰੀਰ ਤੇ ਸਾਰੇ ਸ਼ਿੰਗਾਰ ਲਾਏ, ਬਹੁਤ ਸਜਾਇਆ ਸਰੀਰ ਨੂੰ। ਨਾਤੀ ਧੋਤੀ ਸੰਭਹੀ, ਨਹਾ ਵੀ ਲਿਆ, ਧੋ ਵੀ ਲਿਆ, ਸ਼ਿੰਗਾਰ ਵੀ ਕਰ ਲਿਆ, ਸਭ ਕੁਝ ਕਰ ਲਿਆ ਸੁਹਾਗਣ ਵਾਲਾ। ਪਰ ਜਦੋਂ ਸੇਜ ਤੇ ਆ ਕੇ ਬੈਠੀ ਨਾ, ਸੁੱਤੀ ਜਾਏ ਨਿਚਿੰਦ, ਸੌਂ ਗਈ, ਉੱਥੇ ਨੀਂਦ ਆ ਗਈ। ਇਹ ਕਿਉਂ ਕਹਿ ਰਹੇ ਨੇ ਫਰੀਦ ਸਾਹਿਬ? ਤੇ ਹੋਇਆ ਕੀ, ਜਦੋਂ ਸ਼ਿੰਗਾਰ ਕੀਤਾ ਸੀ ਉਦੋਂ ਸਰੀਰ ਤੇ ਸੈਂਟ ਲਾਇਆ ਸੀ, ਉਦੋਂ ਅਤਰ ਫੁਲੇਲ ਲਾਇਆ ਸੀ, ਸੁਗੰਧੀਆਂ ਆਉਂਦੀਆਂ ਸਨ। ਪਰ ਸੌਣ ਕਰਕੇ ਕੀ ਹੋਇਆ? ਰਾਤ ਸੁੱਤਿਆਂ ਲੰਘ ਗਈ। ਰਹੀ ਸੋ ਬੇੜੀ ਹਿੰਗ ਦੀ। ਹਿੰਗ ਜਿਹੜੀ ਇੱਕ ਐਸੀ ਚੀਜ਼ ਹੈ ਜਿਹਦੇ ਵਿੱਚੋਂ ਬਦਬੂ ਆਉਂਦੀ ਹੈ। ਹਿੰਗ ਇੱਕ ਵੈਸੇ ਜੜੀ ਬੂਟੀਆਂ ਵਿੱਚ ਦਵਾਈ ਰੂਪ ਹੈ, ਪਰ ਜਿੱਥੇ ਹਿੰਗ ਪਈ ਹੋਵੇਗੀ, ਹੁਣ ਤਾਂ ਨਹੀਂ ਇਸ ਤਰ੍ਹਾਂ ਆਉਂਦੀ, ਦੁਕਾਨਾਂ ਤੇ ਗੋਲੀਆਂ ਬਣ ਗਈਆਂ ਉਹਦੀਆਂ, ਉਹਦੇ ਕੋਲੋਂ ਬਦਬੂ ਬੜੀ ਆਉਂਦੀ ਉਸ ਦੁਕਾਨ ਤੋਂ ਲੰਘੋ। ਰਹੀ ਸੋ ਬੇੜੀ ਹਿੰਗ ਦੀ, ਗਈ ਕਥੂਰੀ ਗੰਧ। ਕਸਤੂਰੀ ਦੀ ਜਿਹੜੀ ਸੁਗੰਧੀ ਸੀ ਨਾ, ਸਵੇਰ ਤੱਕ ਸਾਰੀ ਉੱਡ ਗਈ ਤੇ ਸੁੱਤੀ ਲੰਘ ਗਿਆ ਟਾਈਮ। ਇਸ ਤਰ੍ਹਾਂ ਸਤਿਗੁਰੂ ਇਸ਼ਾਰਾ ਕਰ ਰਹੇ ਨੇ, ਇਹ ਧਾਰਮਿਕ ਜਗਤ ਵਿੱਚ ਪ੍ਰਵੇਸ਼ ਕਰਨ ਵਾਲੇ ਮਨੁੱਖ
ਤੂੰ ਨਵਾਂ ਨਵਾਂ ਸ਼ਿੰਗਾਰ ਕੀਤਾ, ਮੁਬਾਰਕ ਤੇਰੇ ਸ਼ਿੰਗਾਰ ਨੂੰ, ਚੰਗਾ ਲੱਗਦਾ, ਬਹੁਤ ਵਧੀਆ। ਇਹ ਗੱਲ ਸੱਚ ਹੈ। ਜਦੋਂ ਗੁਰੂ ਕਾ ਸਿੱਖ ਅੰਮ੍ਰਿਤ ਪਾਨ ਕਰਦਾ, ਸਾਧ ਸੰਗਤ, ਜੇ ਉਹਦੇ ਮਨ ਵਿੱਚ ਥੋੜ੍ਹਾ ਜਿਹਾ ਵੀ ਪਿਆਰ ਹੋਵੇ ਨਾ, ਉਹ ਵਾਰ-ਵਾਰ ਆਪਣੀ ਸ੍ਰੀ ਸਾਹਿਬ ਨੂੰ ਪਿਆਰ ਨਾਲ ਹੱਥ ਲਾ ਕੇ ਵਹਿੰਦਾ ਹੈ, ਕਿਉਂਕਿ ਉਹਦੇ ਵਿੱਚ ਉਹਨੂੰ ਗੁਰੂ ਦੀ ਯਾਦ ਆਉਂਦੀ ਹੈ। ਪਿਆਰ ਨਾਲ ਉਹ ਕੰਘਾ ਫੇਰਦਾ, ਕਕਾਰਾਂ ਨੂੰ ਬੜਾ ਪਿਆਰ ਕਰਦਾ, ਕਰਨਾ ਚਾਹੀਦਾ, ਬੜਾ ਪਿਆਰ ਕਰਦਾ ਹੈ। ਪਰ ਇੱਥੇ ਫਰੀਦ ਜੀ ਸਮਝਾ ਰਹੇ ਨੇ, ਸੱਜਣਾ, ਜਿਹਦੇ ਕਕਾਰ ਪਾਏ ਨਹੀਂ ਉਹਨੂੰ ਵੀ ਯਾਦ ਕਰ ਲੈ, ਕਿਤੇ ਕਕਾਰਾਂ ਵਿੱਚ ਹੀ ਨਾ ਫਸ ਜਾਏ। ਅੱਗੇ ਵੀ ਤੁਰ, ਉਹ ਵੀ ਕੋਈ ਹੈ। ਰਹੀ ਸੋ ਵੇੜੀ ਹਿੰਗ ਦੀ, ਗਈ ਕਥੂਰੀ ਗੰਧ। ਜਿਨ੍ਹਾਂ ਨੇ ਸ਼ਿੰਗਾਰ ਦੀ ਵਰਤੋਂ ਕਰਕੇ, ਜਿਨ੍ਹਾਂ ਨੇ ਭੇਖ ਦੀ ਵਰਤੋਂ ਕਰਕੇ ਅੱਗੇ ਤੁਰ ਪਏ ਤੇ ਅਮਲੀ ਜੀਵਨ, ਯਥਾਰਥ ਜੀਵਨ ਗੁਰੂ ਕੋਲੋਂ ਸਿੱਖ ਲਿਆ, ਉਹ ਤਾਂ ਪ੍ਰਵਾਨ ਹੋ ਗਏ। ਤੇ ਬਾਕੀਆਂ ਨੂੰ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਬਾਹਰ ਭੇਖ ਅੰਤਰ ਮਲ ਮਾਇਆ। ਮਾਇਆ ਦੀ ਅੰਦਰ ਮੈਲ ਬਣਨੀ ਸ਼ੁਰੂ ਹੋ ਗਈ, ਮਾਇਆ ਦਾ ਅੰਦਰ ਜ਼ਹਿਰ ਬਣਨਾ ਸ਼ੁਰੂ ਹੋ ਗਿਆ। ਇਹਨੂੰ ਫਿਰ ਕਹਿੰਦੇ ਨੇ ਬੰਦਾ ਛੁਪਾਉਂਦਾ ਹੈ, ਲੁਕਾਉਂਦਾ ਹੈ। ਲੁਕੇ ਕਿੱਥੇ? ਜੀਵਨ ਵੀ ਕਦੀ ਲੁਕਦਾ। ਸਾਧ ਸੰਗਤ, ਕੁਝ ਚੀਜ਼ਾਂ ਲੁਕਦੀਆਂ ਨਹੀਂ। ਭਾਈ ਗੁਰਦਾਸ ਜੀ ਕਹਿੰਦੇ ਨੇ ਉਹ ਪ੍ਰਗਟ ਹੋ ਜਾਂਦੀਆਂ ਨੇ। ਬੰਦੇ ਦੀ ਖਾਧੀ ਹੋਈ ਖੁਰਾਕ ਵੀ ਨਹੀਂ ਲੁਕਦੀ, ਉਹਦੇ ਸਰੀਰ ਤੇ ਪ੍ਰਗਟ ਹੋ ਕੇ ਦੱਸਦੀ ਹੈ ਵੀ ਇਹ ਕੁਝ ਖਾਂਦਾ ਹੈ। ਜੇ ਮਨੁੱਖ ਕੋਈ ਵੀ ਕਰਮ ਕਰਦਾ, ਗੁਰੂ ਸਾਹਿਬ ਕਹਿੰਦੇ ਅੰਦਰ ਬਹਿ ਕੇ ਕਰਮ ਕਮਾਵੇ, ਸੋਚੋ ਕੁੰਡੀ ਜਾਣੀਐ। ਕਰਮ ਚੰਗਾ ਕਰੀਏ, ਭਾਵੇਂ ਜਿਵੇਂ ਦਾ ਕਰਾਂਗੇ, ਪ੍ਰਗਟ ਹੋ ਹੀ ਜਾਣਾ ਉਸ ਨੂੰ। ਭਾਈ ਗੁਰਦਾਸ ਜੀ ਉਦਾਹਰਨ ਦਿੰਦੇ ਨੇ ਕਿ ਇੱਕ ਗਿੱਦੜ ਭੇਖ ਪਾ ਬੈਠਾ, ਗਿੱਦੜ ਸੀ, ਪਿੰਡ ਵੱਲ ਗਿਆ ਕਿਤੇ। ਉਹਨਾਂ ਨੇ ਇੱਕ ਇਹਦੇ ਉੱਤੇ ਬਹੁਤ ਸੋਹਣਾ ਉਦਾਹਰਨ ਦਿੱਤਾ ਹੈ ਕਿ ਗਿੱਦੜ ਪਿੰਡ ਵੱਲ ਚਲਾ ਗਿਆ, ਲਿਲਾਰੀ ਦੇ ਮੱਟ ਵਿੱਚ ਪੈ ਗਿੱਦੜ ਰੱਤਾ, ਪਿੰਡ ਵੱਲ ਕਿਤੇ ਜਾ ਰਿਹਾ ਸੀ। ਪਿੰਡ ਦੇ ਅਵਾਰਾ ਕੁੱਤੇ ਉਹਦੇ ਪਿੱਛੇ ਲੱਗ ਗਏ। ਬਾਜ਼ਾਰ ਵਿੱਚੋਂ ਦੀ ਭੱਜਿਆ ਦੌੜਿਆ ਤੇ ਭੱਜਦਿਆਂ ਭੱਜਦਿਆਂ ਕੀ ਹੋਇਆ, ਰਾਹ ਵਿੱਚ ਕੱਪੜੇ ਰੰਗਣ ਵਾਲੇ ਦੀ ਦੁਕਾਨ ਸੀ ਲਿਲਾਰੀ ਦੀ, ਤੇ ਦੌੜ ਭੱਜ ਦੇ ਵਿੱਚ ਉਹਦਾ ਕੜਾਇਆ ਭਰਿਆ ਹੋਇਆ ਸੀ ਲਾਲ ਰੰਗ ਦਾ, ਉਹਦੇ ਵਿੱਚ ਡਿੱਗ ਪਿਆ ਕਿਤੇ। ਲਿਲਾਰੀ ਨੇ ਤਰਸ ਕੀਤਾ ਵੀ ਵਿਚਾਰੇ ਨੂੰ ਮਾਰ ਦੇਣਗੇ ਕੁੱਤੇ। ਕੁੱਤਿਆਂ ਨੂੰ ਉਹਨੇ ਭਜਾਇਆ ਤੇ ਗਿੱਦੜ ਕਿਸੇ ਤਰ੍ਹਾਂ ਬਾਹਰ ਨਿਕਲ ਗਿਆ, ਜੰਗਲ ਵਿੱਚ ਚਲਾ ਗਿਆ। ਲਿਲਾਰੀ ਦੇ ਮੱਟ ਵਿੱਚ ਪੈ ਗਿੱਦੜ ਰੱਤਾ, ਰੱਤਾ ਦਾ ਅਰਥ ਲਾਲ ਰੰਗ ਚੜ੍ਹ ਗਿਆ ਉਹਦੇ ਸਰੀਰ ਨੂੰ, ਸ਼ੇਰ ਵਰਗਾ ਰੰਗ ਬਣ ਗਿਆ। ਪਰ ਹੋਇਆ ਕੀ, ਬਚਿਆ ਮਸਾਂ ਸੀ। ਜੰਗਲ ਅੰਦਰ ਜਾਏ ਕੇ ਪਖੰਡ ਕਮੱਤਾ, ਜੰਗਲ ਵਿੱਚ ਜਾ ਕੇ ਪਖੰਡ ਕਰਨ ਲੱਗ ਪਿਆ। ਪਖੰਡ ਕੀ ਕਰਦਾ ਹੈ? ਜਿਹੜੇ ਅੱਗੇ ਪਿੱਛੇ ਜੋ ਗਿੱਦੜ ਫਿਰਦੇ ਸਨ ਉਹਨਾਂ ਨੂੰ ਕਹਿੰਦਾ ਵੀ ਮੇਰੇ ਨਾਲ ਵੇਖ ਕੇ ਗੱਲ ਕਰਨੀ, ਮੈਂ ਸ਼ੇਰ ਹਾਂ, ਕਿਉਂਕਿ ਸ਼ੇਰ ਵਰਗਾ ਰੰਗ ਸੀ। ਉਹ ਵੀ ਮੰਨ ਗਏ। ਇਹਨੂੰ ਕਹਿੰਦੇ ਨੇ ਭੇਖ। ਪਰ ਕਹਿੰਦੇ ਬੈਠਾ ਰਾਜ ਕਰਨ ਲੱਗਾ, ਪਰ ਜਦੋਂ ਉਹ ਬੋਲਿਆ ਨਾ, ਉਹਦੀ ਆਵਾਜ਼ ਤੋਂ ਪਹਿਚਾਣ ਆ ਗਈ। ਬੋਲਣ ਪਾਜ ਉਘਾੜਿਆ ਜਿਉਂ ਮੂਲੀ ਪੱਤਾ, ਜਿਵੇਂ ਬੰਦੇ ਨੇ ਮੂਲੀ ਖਾਧੀ ਹੋਵੇ ਤਾਂ ਉਹਦੇ ਮੂੰਹ ਵਿੱਚੋਂ ਦੁਰਗੰਧ ਜਿਹੜੀ ਦੱਸ ਦਿੰਦੀ। ਜੋ ਕੁਝ ਬੰਦਾ ਕਰਦਾ ਉਹ ਪ੍ਰਗਟ ਕਦੀ ਨਾ ਕਦੀ ਤਾਂ ਹੋਣਾ, ਕਿੰਨਾ ਕੁ ਚਿਰ ਚੱਲੇਗਾ, ਉਹਦਾ ਕਮਾਇਆ ਹੋਇਆ ਬਾਹਰ ਆਏਗਾ ਹੀ। ਇਸ ਕਰਕੇ ਕਹਿੰਦੇ ਨੇ ਸਾਹਿਬ, ਕਹਿੰਦੇ ਬਾਹਰ ਭੇਖ ਅੰਤਰ ਮਲ ਮਾਇਆ। ਫਿਰ ਕਹਿੰਦੇ ਛਪ ਸਨਾਹੇ ਕਛ ਕਰੈ ਛੁਪਾਇਆ। ਜੇ ਕੋਈ ਮਨੁੱਖ ਇਸ ਜੀਵਨ ਵਿੱਚ ਜੋ ਕੁਝ ਉਹ ਕਰਦਾ ਹੈ ਉਹਨੂੰ ਛੁਪਾਉਣ ਦਾ ਯਤਨ ਕਰੇ ਤਾਂ ਉਹ ਛੁਪਦਾ ਨਹੀਂ। ਠੀਕ ਹੈ, ਸੰਸਾਰ ਤੋਂ ਕੋਈ 5-7 ਸਾਲ ਲੁਕਾ ਲਏਗਾ, ਗੁਰੂ ਤੋਂ ਕਿਵੇਂ ਲੁਕਾਏਗਾ? ਧਰਮ ਰਾਜ ਤੋਂ ਕਿਵੇਂ ਲੁਕਾਏਗਾ? ਉਹ ਵੇਖ ਲਏਗਾ ਚੰਗੀ ਤਰ੍ਹਾਂ ਵਸਤਰ ਉਠਾ ਕੇ, ਤਾਂ ਲੁਕਦਾ ਨਹੀਂ। ਫਿਰ ਕਹਿਣ ਲੱਗੇ ਬਾਹਰ ਗਿਆਨ ਧਿਆਨ ਇਸ਼ਨਾਨ। ਗੱਲਾਂ ਵਿੱਚ ਗਿਆਨ ਬੜਾ ਔਰ ਧਿਆਨ ਦੀਆਂ ਗੱਲਾਂ ਵੱਡੀਆਂ ਵੱਡੀਆਂ ਸਮਾਧੀਆਂ ਦੀਆਂ। ਇਸ਼ਨਾਨ ਬੜਾ ਵਧੀਆ ਕਰਕੇ ਰੱਖਣਾ, ਵਸਤਰ ਬੜੇ ਵਧੀਆ ਪਾਉਣੇ, ਇਹ ਸਾਰਾ ਕੁਝ ਹੈ। ਗਿਆਨ ਵਧੀਆ, ਧਿਆਨ ਵੀ ਚੰਗਾ, ਉਹਦੇ ਬਾਰੇ ਵੀ ਗੱਲਬਾਤ ਬਹੁਤ ਵਧੀਆ ਕਰਨੀ। ਤੇ ਅੱਗੇ ਕਹਿੰਦੇ ਇਸ਼ਨਾਨ ਵੀ ਕਰਨਾ,
पर अंदर की है साहब कहते अंतर व्यापै लोभ सुवान। सुवान दे अर्थ ने कुत्ता। बाहर तो ये सारा कुछ अंदर लोभ का कुत्ता बैठा होया है। गुरु साहब बार बार बाहर दी फिर अंदर दी, बाहर दी फिर अंदर दी व्याख्या करन निरंतर लगातार। तुसी कदी वेखो कि बाणी विच गुरु साहब जिन्ने शब्द उचारते हैं वो कदी बाहर की व्याख्या करन लग पैंदे ने, कदी अंदर की, क्योंकि बाहर ते अंदर बंदे दा जुड़िया होया है, दोवें इकट्ठे ने। हुण जिहड़े धार्मिक रहबर आए ने जिवें गुरु साहब आए, उन्हां दी एक मजबूरी सी भी बंदे दे शरीर नूं धर्मी बनाउणा जरूरी है बड़ा, क्योंकि जिन्ना चिर शरीर धर्मी नहीं बनता मन तक नहीं जाता धर्म। पर बंदे ते हालात उस गिद्दड़ वाली वापर जाती है। वो साध संगत जी शरीर का धर्म धारण करके सोच लेंदा भी हुण आपां शेर हो गए। गुरु साहब तां वार वार व्याख्या बदलते, कदी कहंदे बाहर भेख ना पा अंदर चल अंदरों वेख, कदी फिर कहंदे अपने भेख नूं भी बाहरले जीवन नूं भी ठीक कर। इस करके कहंदे अंतर अगन अंतर व्यापै लोभ सुवान। अंदर लोभ का कुत्ता जिहड़ा व्याप रहा है। फिर कहंदे अंतर अगन बाहर तन सुआह। जे किसी चीज़ दे किसी मकान दे अंदर अग लगी होवे, उहदी बाहरली साइड ते पानी पाई जो जिन्ना मर्जी पाओ उहनूं किवें बचा सकेगा। अग्नि अंदर जां ते किसी तरह पानी अंदर चला जाए तां फिर वो बुझ सकदी, पर अंदर तां अग है। बाहर पानी पाउण नाल अंदरली अग नहीं मिटदी। इस करके अंतर अगन बाहर तन सुआह। बाहरला हिस्सा भी उहदा सुआह हो जाता। ते उदाहरण दिती, कहंदे गल पाथर कैसे तरह अथाह। जे कोई मनुख अपने गलों विच पत्थरां दी माला पा के किसी नदी तो किसी समुंदर तो पार लंघना चाहे ਤਾਂ ਉਹ ਕਿਵੇਂ ਨਿਕਲ ਸਕਦਾ ਹੈ। ਇੱਥੋਂ ਤੱਕ ਇੱਕ ਭੇਖੀ ਦੀ ਇੱਕ ਪਖੰਡੀ ਦੀ ਵਿਆਖਿਆ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਕੀਤੀ ਹੈ। ਹੁਣ ਅਗਲੇ ਇੱਕ ਅੰਕ ਦੇ ਵਿੱਚ ਇੱਕ ਪੰਕਤੀ ਦੇ ਵਿੱਚ ਉਸ ਮਨੁੱਖ ਦੀ ਵਿਆਖਿਆ ਕਰਦੇ ਨੇ ਜੋ ਅੰਦਰੋਂ ਜੁੜਿਆ ਹੋਇਆ ਹੈ, ਜਿਹਦੇ ਅੰਦਰ ਵਾਹਿਗੁਰੂ ਦਾ ਨਿਵਾਸ ਹੈ। ਉਹਦੇ ਬਾਰੇ ਕਹਿੰਦੇ ਜਾਂ ਕੈ ਅੰਤਰ ਵਸੈ ਪ੍ਰਭ ਆਪ। क्योंकि दोवें चीज़ां ने संसार विच वसे वाले भी हैं। जिहदे अंदर निरंकार दा निवास प्रगट हो गया, क्योंकि निवास तो सारियां विच प्रगट नहीं आपां होण दिंदे, आपां आप प्रगट होए रहिने। अपने आप नूं छुपाईए तो प्रगट होवे। जिहदे अंदर परमात्मा दा प्रकाश हो गया, वो प्रगट हो गया। नानक ते जन सहज समात। वो मनुख सहज अवस्था दे विच समा के जीवन की पूर्णता नूं हासिल कर लैंदा है। अगले अंग विच हजूर ने बेअंत ही ध्यान योग मुद्दे इस छंद विच उदाहरणां वरतियां ने। एक उदाहरण बहुत वधिया है, कहंदे सुन अंधा कैसे मार्ग पावै। कहंदे एक मनुख दीआं अखां नहीं, ओनूं ਕੰਨਾਂ ਵਿੱਚ दसो भी तू अगे तुर, इस पासे नूं हो जा, इधर टोया है। जिस बंदे दीआं अखां नहीं कहन लगे वो किवें सुन के समझेगा। सुन के किवें समझे। सुन अंधा कैसे मार्ग पावै। जिहदियां अखां नहीं वो सुन के किवें समझेगा। इहदा अर्थ ये है, ये सारा अंक जिहड़ा साध संगत जी अरदास दा है। साहब कहते ने अरदास कर हे अकाल पुरख वाहिगुरू, तेरे मार्ग ते तुरन वास्ते मेरे कोल अखां कोई नहीं, अख ते है कोई नहीं। ते जिहदी अख ना होवे फिर उहदा एक इलाज हुंदा। वो किहड़ा? कहन लगे कर गह लेहो। किसी मनुख दी अखां ना होण ते उहने किते तुरना होवे ते कोलों सियाणा आदमी कहंदा कर गह लेहो। कर दा अर्थ है हथ, गह दा अर्थ है फड़ना, लिओ दा अर्थ है फड़ लवो। जे किसी दी अखां ना होण ते उहदे बारे कहा जांदा इहने तुरना है तां इहदा हथ फड़ लओ। कर गह लिहो ओड़ निभावै। ते हथ फड़ के उस नेत्रहीन मनुख नूं घर छड्डिया जा सकदा, उहदे घर पहुँचाया जा सकदा।
ਹਜ਼ੂਰ ਇੱਥੇ ਬੜਾ ਸੁੰਦਰ ਉਦਾਹਰਨ ਦੇ ਰਹੇ ਨੇ। ਕਹਿੰਦੇ ਨੇ ਤੇਰੇ ਕੋਲ ਰੱਬ ਦੇ ਰਾਹ ਤੇ ਗੁਰੂ ਦੇ ਮਾਰਗ ਤੇ ਤੁਰਨ ਵਾਸਤੇ ਅੱਖਾਂ ਨਹੀਂ ਹਨ, ਤੂੰ ਬੇਨਤੀ ਕਰ ਕਿ ਸਤਿਗੁਰੂ ਮੈਨੂੰ ਆਪਣਾ ਹੱਥ ਫੜਾ ਦਿਓ, ਮੈਂ ਤੁਹਾਡੇ ਪਿੱਛੇ ਪਿੱਛੇ ਤੁਰ ਕੇ ਤੁਹਾਡੇ ਘਰ ਤੱਕ ਚਲਾ ਜਾਵਾਂਗਾ, ਮੈਨੂੰ ਆਪਣੇ ਘਰ ਲੈ ਜਾਓ। ਵੈਸੇ ਮੈਂ ਬੇਨਤੀ ਕਰਾਂ, ਸਚਾਈ ਤਾਂ ਇਹ ਹੈ ਕਿ ਰੱਬ ਦੇ ਮਾਰਗ ਤੇ ਅੱਖਾਂ ਹੈ ਨਹੀਂ, ਕੋਈ ਨਹੀਂ, ਕੰਮ ਕਰਦੀਆਂ ਨਹੀਂ, ਸਚਾਈ ਹੈ। ਭਾਵੇਂ ਕਿ ਗੁਰਬਾਣੀ ਵਿੱਚ ਕਿਹਾ ਹੈ ਕਿ ਧਿਆਨ ਦੇ ਨੇਤਰ ਹੁੰਦੇ ਨੇ। ਗੁਰੂ ਅੰਗਦ ਦੇਵ ਜੀ ਕਹਿੰਦੇ ਨੇ, ਲੋਇਣ ਸੁਰਤ ਕਰੇ, ਸੁਰਤ ਦੀਆਂ ਅੱਖਾਂ ਕੰਮ ਕਰਦੀਆਂ ਨੇ, ਪਰ ਆਮ ਬੰਦੇ ਕੋਲ ਸੁਰਤ ਕਿੱਥੇ ਹੈ? ਸੁਰਤ ਧਿਆਨ ਆਮ ਬੰਦੇ ਕੋਲ ਧਰਮ ਦੇ ਮਾਰਗ ਤੇ ਤੁਰਨ ਲਈ ਅੱਖ ਕੋਈ ਨਹੀਂ ਹੈ। ਇਸ ਕਰਕੇ ਗੁਰੂ ਸਾਹਿਬ ਨੇ ਇੱਕ ਸੌਖਾ ਰਸਤਾ ਦਿੱਤਾ। ਕਹਿਣ ਲੱਗੇ, ਤੂੰ ਆਪਣਾ ਹੱਥ ਗੁਰੂ ਦੇ ਹੱਥਾਂ ਵਿੱਚ ਦੇ ਦੇ ਤੇ ਅੱਖਾਂ ਬੰਦ ਕਰਕੇ ਉਹਦੇ ਪਿੱਛੇ ਤੁਰੀ ਚੱਲ, ਤੇਰੇ ਵੱਸ ਦਾ ਕੰਮ ਕੋਈ ਨਹੀਂ ਵੇਖ ਕੇ ਤੁਰਨ। ਇਹ ਮਾਰਗ ਹੀ ਇਸ ਤਰ੍ਹਾਂ ਦਿਸਦਾ ਨਹੀਂ ਇਹਦੇ ਤੇ। ਕਈ ਜਨਮਾਂ ਤੋਂ ਬਾਅਦ ਕਿਸੇ ਨੂੰ ਅੱਖ ਮਿਲਦੀ ਹੈ, ਤੇ ਜਦੋਂ ਕਿਸੇ ਨੂੰ ਅੱਖ ਮਿਲੀ ਫਿਰ ਉਹ ਤੁਰ ਸਕਦਾ ਹੈ। ਫਿਰ ਉਹਦਾ ਪੱਲਾ ਫੜ ਕੇ ਨਿਰੰਤਰ ਕਈ ਲੋਕ ਤੁਰ ਸਕਦੇ ਨੇ। ਜਿਹਨੂੰ ਇੱਕ ਨੇਤਰ ਵਾਲਾ ਮਨੁੱਖ ਕਿਹਾ, ਇੱਕ ਨੇਤਰ ਸਦਾ ਨਿਹਾਰੈ ਏਕੋ ਨੇਤਰੇ। ਇਸ ਕਰਕੇ ਅੱਖਾਂ ਇਸ ਮਾਰਗ ਤੇ, ਧਰਮ ਦੇ ਮਾਰਗ ਤੇ 1 ਲੱਖ ਬੰਦੇ ਵਿੱਚੋਂ ਇੱਕ ਦੀ ਅੱਖ ਹੋਵੇਗੀ, ਲੋਇਣ ਸੁਰਤ ਕਰੇ, ਬਾਕੀਆਂ ਦੀ ਅੱਖ ਨਹੀਂ ਹੁੰਦੀ, ਕਿਉਂਕਿ ਉੱਥੇ ਅੱਖ ਸਾਡੀ ਖੋਲ੍ਹਣੀ ਬੜੀ ਮੁਸ਼ਕਲ ਹੈ। ਤਾਂ ਕਹਿੰਦੇ ਅੱਖਾਂ ਨਾਲ ਨਹੀਂ ਤੂੰ ਤੁਰ ਸਕਦਾ, ਤੂੰ ਆਪਣੀ ਬੁੱਧੀ ਨਾਲ ਨਹੀਂ ਤੁਰ ਸਕਦਾ, ਪਰ ਇੱਕ ਕੰਮ ਤੂੰ ਕਰ ਸਕਦਾ ਕਿ ਤੂੰ ਆਪਣਾ ਹੱਥ ਆਪਣੇ ਗੁਰੂ ਦੇ ਹੱਥ ਵਿੱਚ ਫੜਾ ਦੇ, ਸਫ਼ਰ ਸੌਖਾ ਹੋ ਜਾਏਗਾ। ਪਰ ਇਹ ਖਿਆਲ ਰੱਖੀ, ਗੁਰੂ ਦੇ ਨਾਲ ਮਿਲ ਕੇ ਤੁਰੀ, ਕਿਤੇ ਉਹਨੂੰ ਖਿੱਚਦਾ ਨਾ ਫਿਰੀ। ਤੁਸੀਂ ਕਈ ਵਾਰੀ ਵੇਖਿਆ ਹੋਵੇਗਾ, ਕਈ ਬੰਦੇ ਆਪਣੇ ਪਾਲਤੂ ਕੁੱਤੇ ਨੂੰ ਗਲ ਵਿੱਚ ਸੰਗਲੀ ਪਾ ਕੇ, ਰੱਸੀ ਪਾ ਕੇ ਬਾਹਰ ਸੈਰ ਕਰਨ ਲਿਜਾਉਂਦੇ ਨੇ। ਤੇ ਆਮ ਤੌਰ ਤੇ ਅੱਜ ਕੱਲ੍ਹ ਇਹ ਹੈ ਵੀ ਕੁੱਤੇ ਵਿੱਚ ਤਾਕਤ ਜ਼ਿਆਦਾ ਹੁੰਦੀ ਹੈ ਤੇ ਮਾਲਕ ਵਿੱਚ ਘੱਟ ਹੁੰਦੀ ਹੈ। ਉਹ ਕੁੱਤਾ ਮਾਲਕ ਨੂੰ ਧੋਈ ਫਿਰਦਾ, ਉਹ ਪਿੱਛੇ ਪਿੱਛੇ ਵਿਚਾਰਾ ਕੁੱਤਾ ਮਾਲਕ ਨੂੰ ਸੈਰ ਕਰਾਉਣ ਵਾਲੇ ਨੂੰ ਖਿੱਚੀ ਫਿਰਦਾ। ਆਪਣੇ ਗਲ ਵਿੱਚ ਰੱਸੀ ਪਾ ਕੇ ਗੁਰੂ ਨੂੰ ਫੜਾਈਏ ਜ਼ਰੂਰ, ਪਰ ਇਹ ਕੰਮ ਨਾ ਉਸ ਕੁੱਤੇ ਵਾਲਾ ਕੰਮ ਨਾ ਹੋਵੇ ਵੀ ਆਪਾਂ ਗੁਰੂ ਨੂੰ ਕਹੀਏ ਤੂੰ ਇੱਧਰ ਆ, ਮੈਂ ਨਹੀਂ ਤੇਰੇ ਪਿੱਛੇ ਤੁਰਨਾ। ਆਮ ਤੌਰ ਤੇ ਹੁੰਦਾ, ਜਿੰਨਾ ਚਿਰ ਬੰਦਾ ਗੁਰੂ ਤੋਂ ਦੂਰ ਰਹਿੰਦਾ ਉਹਨਾਂ ਚਿਰ ਤੇ ਥੋੜ੍ਹਾ ਜਿਹਾ ਝੱਕਦਾ, ਤੇ ਥੋੜ੍ਹੇ ਜਿਹੇ ਅਧਿਕਾਰ ਆਉਣ ਦੀ ਦੇਰ ਜਾਚ ਦੱਸਣ ਲੱਗ ਪੈਂਦਾ, ਇੰਝ ਕਰੋ ਜੀ, ਇਸ ਤਰ੍ਹਾਂ ਕਰ ਲਓ। ਇਹ ਬੜੀ ਵੱਡੀ ਗਲਤੀ। ਤਾਂ ਇਹ ਕਰ ਗਏ ਲਿਓ। ਹੱਥ ਫੜਾਉਣ ਦਾ ਮਤਲਬ ਹੈ ਜੀਵਨ ਸੌਂਪ ਦੇਣਾ, ਸਮਰਪਿਤ ਕਰ ਦੇਣਾ। ਫਿਰ ਉਦਾਹਰਨ ਦਿੱਤੀ, ਕਹਿੰਦੇ ਕਹਾਂ ਬੁਝਾਰਤ ਬੂਝੈ ਡੋਰਾ। ਜੇ ਕੋਈ ਮਨੁੱਖ, ਡੋਰਾ ਦੇ ਅਰਥ ਨੇ ਜਿਹਦੀ ਬੁੱਧੀ ਕੰਮ ਨਾ ਕਰਦੀ ਹੋਵੇ, ਉਹਨੂੰ ਬੁਝਾਰਤ ਪਾਈ ਜਾਏ। ਬੁਝਾਰਤਾਂ ਤੁਸੀਂ ਸਮਝਦੇ ਹੋਵੋਗੇ, ਕਹਾਣੀਆਂ ਇਸ ਨੂੰ ਪਹਿਲਾਂ ਕਹਿੰਦੇ ਸਨ। ਸ਼ਬਦ ਹੋਰ ਹੁੰਦੇ ਸਨ, ਉਹਦੇ ਅਰਥ ਹੋਰ ਹੁੰਦੇ ਸਨ। ਬੁਝਾਰਤ ਬੜੀ ਵਾਰੀ ਸ਼ਬਦ ਆਏਗਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ, ਵਾਰ-ਵਾਰ ਬੁਝਾਰਤ ਹੋਏਗੀ, ਆਵੇਗੀ, ਸ਼ਬਦ ਆਉਣਗੇ। ਬੁਝਾਰਤਾਂ ਦਾ ਅਰਥ ਹੈ ਕਿ ਅੱਖਰ ਹੋਰ ਵਰਤੇ ਜਾਣ ਤੇ ਗੱਲ ਹੋਰ ਹੋਵੇ। ਤੇ ਗੁਰਬਾਣੀ ਸਾਰੀ ਇਹ ਕੁਝ ਹੈ, ਅੱਖਰ ਹੋਰ ਹੁੰਦੇ ਨੇ ਤੇ ਉਹਦੀ ਵਿਆਖਿਆ ਹੋਰ ਹੁੰਦੀ ਹੈ। ਇਸ ਕਰਕੇ ਅਸੀਂ ਸਮਝ ਨਹੀਂ ਪਾਉਂਦੇ, ਉਹ ਜਾਣ ਬੁੱਝ ਕੇ ਕੀਤਾ ਗਿਆ। ਇਸ ਲਈ ਕਹਿੰਦੇ ਜੇ ਕੋਈ ਮਨੁੱਖ ਮੋਟੀ ਬੁੱਧੀ ਵਾਲਾ ਹੈ ਤਾਂ ਉਹ ਬੁਝਾਰਤ ਕਿਵੇਂ ਬੁੱਝੇਗਾ। ਨਿਸ ਕਹੀਏ, ਜੇ ਉਹਨੂੰ ਕਹੀਏ ਵੀ ਰਾਤ ਪੈ ਗਈ ਤਾਂ ਸਮਝੇ ਭੋਰਾ, ਉਹ ਸੋਚੇਗਾ ਸਵੇਰ ਚੜ੍ਹ ਗਈ ਹੈ। ਭੋਰਾ ਦੇ ਅਰਥ ਨੇ ਸਵੇਰ ਹੋ ਜਾਣੀ। ਉਹ ਇਹ ਅੰਦਰ ਸੋਚ ਲਏਗਾ ਕਿ ਇਹ ਸਵੇਰ ਬਾਰੇ ਗੱਲ ਕਰ ਰਹੇ ਨੇ। ਜੇ ਉਸ ਨੂੰ ਰਾਤ ਕਹੀਏ, ਕਿਉਂਕਿ ਉਹ ਸੁਣਦਾ ਨਹੀਂ, ਉਹਦੇ ਕੰਨ ਕੰਮ ਨਹੀਂ ਕਰਦੇ, ਬੋਲਾ ਹੈ, ਤਾਂ ਉਹ ਜਿਹੜਾ ਬੋਲਾ ਮਨੁੱਖ ਹੈ ਉਹ ਬੁਝਾਰਤ ਕਿਵੇਂ ਬੁੱਝੇਗਾ। ਇਸੇ ਤਰ੍ਹਾਂ ਸਾਡੇ ਕੋਲ ਪਰਮਾਤਮਾ ਦੇ ਮਾਰਗ ਤੇ ਕੰਨ ਨਹੀਂ ਹਨ। ਗੁਰੂ ਸਾਨੂੰ ਹੋਰ ਕੁਝ ਸਮਝਾਉਂਦੇ ਨੇ, ਅਸੀਂ ਅਰਥ ਹੋਰ ਕੱਢ ਲੈਂਦੇ ਹਾਂ ਆਪਣੇ। ਉਹ ਹੋਰ ਕੁਝ ਕਹਿਣਾ ਚਾਹੁੰਦੇ ਨੇ, ਅਸੀਂ ਹੋਰ ਅਰਥਾਂ ਵੱਲ ਚਲੇ ਜਾਂਦੇ ਹਾਂ। ਅਸੀਂ ਆਪਣੇ ਹੀ ਮਨ ਦੇ ਅਰਥ ਕੱਢਦੇ ਹਾਂ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਿੱਖ ਉਹ ਹੈ ਜਿਹੜਾ ਆਪਣੇ ਮਨ ਦੇ ਅਰਥ ਨਹੀਂ ਕੱਢਦਾ।
ਅੱਜ ਕੱਲ੍ਹ ਕੀ ਹੋਇਆ, ਤੁਸੀਂ ਵੇਖਦੇ ਹੋ ਕੁਝ ਸਾਲਾਂ ਤੋਂ ਬੜੇ ਲੋਕ ਨਵੇਂ ਤੋਂ ਨਵੇਂ ਅਰਥ ਕਰੀ ਜਾਂਦੇ ਨੇ। ਤੁਸੀਂ ਟੀਵੀ ਤੇ ਵੇਖੋਗੇ ਸਵੇਰੇ, ਬਸ ਇੰਜ ਲੱਗਦਾ ਵੀ ਗਿਆਨ ਦੀ, ਪਹਿਲਾਂ ਤੇ ਗੁਰਬਾਣੀ ਵਿੱਚ ਤੇ ਲਿਖਿਆ ਗਿਆਨ ਕੀ ਆਈ ਆਂਧੀ, ਪਹਿਲਾਂ ਤੇ ਹਨੇਰੀ ਹੁੰਦੀ ਸੀ, ਹੁਣ ਤੇ ਇੰਜ ਲੱਗਦਾ ਤੂਫਾਨ ਆ ਗਿਆ ਗਿਆਨ। ਇੰਨਾ ਗਿਆਨ। ਫਿਰ ਗਿਆਨ ਕਾਹਦਾ ਹੈ? ਗਿਆਨ ਇਹ ਹੈ ਕਿ ਜਦੋਂ ਅਰਥ ਕਰਨੇ ਨੇ, ਜਦੋਂ ਜੋ ਮੇਰਾ ਮਨ ਕਹਿੰਦਾ ਉਹ ਕਰੀ ਜਾਣੇ, ਨਾ ਉਸ ਸ਼ਬਦ ਦੀ ਅਗਲੀ ਪੰਕਤੀ ਵੇਖਣੀ ਹੈ, ਨਾ ਪਿਛਲੀ ਵੇਖਣੀ ਹੈ, ਵਿੱਚੋਂ 2 ਕੁ ਅੱਖਰ ਲੈ ਕੇ ਬਸ ਉਹਦੇ ਅਰਥ ਕਰੀ ਜਾਣਾ ਔਰ ਲੋਕਾਂ ਨੂੰ ਬੁੱਧੂ ਬਣਾਈ ਜਾਣਾ। ਇਸ ਤਰ੍ਹਾਂ ਦੇ ਅਰਥ ਤੁਸੀਂ ਬਹੁਤ ਸੁਣੋਗੇ ਔਰ ਇਹ ਕਾਰਨ ਹੈ, ਇਹ ਘੋਰ ਕਲਯੁਗ ਦੀਆਂ ਨਿਸ਼ਾਨੀਆਂ ਨੇ। ਜਦੋਂ ਧਾਰਮਿਕ ਉਪਦੇਸ਼ ਦੇ ਅਰਥ ਮਨੁੱਖ ਮਨ ਅਨੁਸਾਰ ਕਰੇ, ਆਪਣੇ ਅਨੁਸਾਰ ਕਰਨ ਲੱਗ ਪਏ, ਤਾਂ ਉਹ ਅਰਥ ਠੀਕ ਨਹੀਂ ਹੋਣਗੇ। ਇਸ ਕਰਕੇ ਜਿਹੜਾ ਸਿਲਸਿਲਾ ਹੈ ਸਾਡੇ ਵਿੱਚ ਕਿ ਵੱਧ ਤੋਂ ਵੱਧ ਪ੍ਰਚਾਰ ਕਰਨਾ ਚੰਗੀ ਗੱਲ ਹੈ, ਪਰ ਇੱਕ ਗੱਲ ਖਿਆਲ ਰੱਖਣਾ, ਵੱਧ ਤੋਂ ਵੱਧ ਪ੍ਰਚਾਰ ਲਾਭ ਵੀ ਕਰ ਸਕਦਾ ਤੇ ਨੁਕਸਾਨ ਬਹੁਤ ਵੱਡਾ ਕਰ ਸਕਦਾ ਹੈ। ਨੁਕਸਾਨ ਕੀ ਕਰੇਗਾ? ਕਿਉਂਕਿ ਜਿਸ ਬਾਣੀ ਦਾ ਅਸੀਂ ਪ੍ਰਚਾਰ ਕਰਨਾ ਚਾਹੁੰਦੇ ਹਾਂ, ਉਹ ਬਾਣੀ ਸ਼ੁਰੂ ਉੱਥੋਂ ਹੋਈ ਜਿੱਥੇ ਮਨ ਚੁੱਪ ਕਰ ਗਿਆ ਗੁਰੂ ਦਾ। ਜਿੱਥੇ ਮਨ ਚੁੱਪ ਕੀਤਾ ਉੱਥੋਂ ਬਾਣੀ ਸ਼ੁਰੂ ਹੋਈ ਹੈ। ਤੇ ਹੁਣ ਆਪਾਂ ਜਿਹੜੇ ਅਰਥ ਕਰਨ ਵਾਲੇ ਆ, ਆਪਾਂ ਸ਼ੁਰੂ ਉੱਥੋਂ ਕਰਨੇ ਆ ਜਿੱਥੋਂ ਸਾਡਾ ਮਨ ਸ਼ੁਰੂ ਹੁੰਦਾ ਹੈ। ਇਸ ਕਰਕੇ ਅਰਥ ਗਲਤ ਹੋ ਜਾਂਦੇ ਨੇ, ਉਹਦੇ ਅਨੁਸਾਰ ਨਹੀਂ ਰਹਿੰਦੇ। ਜਾਂ ਤਾਂ ਭੈ ਵਿੱਚ ਰਹਿ ਕੇ, ਵਿਦਿਆਰਥੀ ਭਾਵਨਾ ਵਿੱਚ ਰਹਿ ਕੇ, ਡਰ ਕੇ, ਭੈ ਵਿੱਚ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਕੀਤੇ ਜਾਣ, ਫਿਰ ਤਾਂ ਇੱਕ ਠੀਕ ਪ੍ਰਕਿਰਿਆ ਹੈ। ਕਦੀ ਕਦੀ ਆਦਮੀ ਅੱਗੇ ਵੱਧ ਜਾਏਗਾ, ਪ੍ਰਾਪਤ ਕਰ ਲਏਗਾ, ਕੋਈ ਸ਼ੱਕ ਨਹੀਂ। ਪਰ ਵਿਦਿਆਰਥੀ ਕੌਣ ਬਣੇ? ਬੜਾ ਔਖਾ। ਸਭ ਤੋਂ ਔਖਾ ਵਿਦਿਆਰਥੀ ਬਣਨਾ, ਸਭ ਤੋਂ ਔਖਾ ਸਿੱਖ ਬਣਨਾ। ਸਿੱਖ ਬਣਨਾ ਸਭ ਤੋਂ ਔਖਾ ਹੈ। ਨਾਮ ਧਰੀਕ ਹੋਣਾ ਹੋਰ ਚੀਜ਼ ਹੈ। ਇਸ ਕਰਕੇ ਕਹਿੰਦੇ ਨੇ, ਜੇ ਕਿਸੇ ਬੋਲੇ ਨੂੰ ਤੁਸੀਂ ਕਹੋ ਰਾਤ ਪੈ ਗਈ ਤੇ ਉਹ ਕਹੇਗਾ ਦਿਨ ਚੜ੍ਹ ਗਿਆ। ਇਹ ਹਾਲਾਤ ਧਾਰਮਿਕ ਜਗਤ ਵਿੱਚ ਹੈ ਕਿ ਗੁਰੂ ਵੱਲੋਂ ਕੁਝ ਕਿਹਾ ਜਾਂਦਾ ਹੈ ਤੇ ਉਹਦੇ ਅਰਥ ਆਪਣੇ ਮਨ ਅਨੁਸਾਰ ਕੱਢੇ ਜਾਂਦੇ ਨੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਅੱਗੇ ਬਚਨ ਕਹਿੰਦੇ, ਕਹਾਂ ਬਿਸ਼ਨ ਪਦ ਗਾਵੈ ਗੁੰਗ, ਜਤਨ ਕਰੈ ਤੋ ਵੀ ਸੁਰ ਭੰਗ। ਜੇ ਕਿਸੇ ਮਨੁੱਖ ਕੋਲ ਰਸਨਾ ਨਹੀਂ, ਉਹ ਗੁੰਗਾ ਹੈ, ਤੇ ਉਹ ਪਰਮਾਤਮਾ ਦੇ ਗੀਤ ਗਾਣ ਲੱਗ ਪਵੇ, ਕੀਰਤਨ ਕਰਨ ਲੱਗ ਪਵੇ, ਤੇ ਕਿਵੇਂ ਕਰੇਗਾ? ਉਹਦੀ ਰਸਨਾ ਕੰਮ ਨਹੀਂ ਕਰਦੀ। ਇਹ ਸਾਰੀਆਂ ਉਦਾਹਰਨਾਂ ਦਿੱਤੀਆਂ ਜਾ ਰਹੀਆਂ ਨੇ। ਔਰ ਅੱਗੇ ਬਚਨ ਕਹਿੰਦੇ ਨੇ, ਕਹਿ ਪਿੰਗੁਲ ਪਰਬਤ ਪਰ ਭਵਨ। ਕਿਸੇ ਮਨੁੱਖ ਦੇ ਹੱਥ ਪੈਰ ਕੰਮ ਨਹੀਂ ਕਰਦੇ, ਉਹ ਪਿੰਗਲਾ ਹੈ। ਉਹ ਚਾਹੇ ਵੀ ਮੈਂ ਆਪਣੇ ਹੱਥ ਪੈਰ ਮਾਰ ਕੇ ਕਿਸੇ ਪਰਬਤ ਤੋਂ ਪਾਰ ਹੋ ਜਾਵਾਂਗਾ, ਕਹਿੰਦੇ ਨਹੀਂ ਹੋਤ ਉਹਾ ਉਸ ਗਵਨ। ਇਸ ਸਾਰੇ ਪਦੇ ਦੇ ਵਿੱਚ ਵੇਖੋ ਕਿੰਨੇ ਉਦਾਹਰਨ ਆਏ, ਮੈਂ ਦੁਹਰਾਉਣਾ ਚਾਹੁੰਦਾ। ਪਹਿਲਾਂ ਕਹਿੰਦੇ ਨੇ, ਅੰਧਾ ਮਨੁੱਖ ਆਪ ਨਹੀਂ ਤੁਰ ਸਕਦਾ, ਉਹਨੂੰ ਕਿਸੇ ਦੇ ਹੱਥ ਦੀ ਲੋੜ ਪੈਂਦੀ। ਫਿਰ ਕਹਿੰਦੇ ਨੇ, ਬੋਲਾ ਮਨੁੱਖ ਜੋ ਕਹੀਏ ਉਹ ਸਮਝੇਗਾ ਨਹੀਂ। ਅੱਖਾਂ ਵੀ ਕੋਈ ਨਹੀਂ ਔਰ ਕੰਨ ਵੀ ਕੋਈ ਨਹੀਂ, ਰਸਨਾ ਵੀ ਕੋਈ ਨਹੀਂ, 3 ਚੀਜ਼ਾਂ ਹੋ ਗਈਆਂ। ਫਿਰ ਅੱਗੇ ਕਹਿੰਦੇ ਨੇ, ਹੱਥ ਤੇ ਪੈਰ ਵੀ ਕੋਈ ਨਹੀਂ, ਪਿੰਗਲਾ ਹੈ। ਇਹਦੇ ਕਹਿਣ ਦਾ ਭਾਵ ਇੱਥੇ ਇਹ ਹੈ ਕਿ ਤੂੰ ਆਪਣੇ ਗੁਰੂ ਅੱਗੇ ਅਰਦਾਸ ਕਰ ਕਿ ਮੇਰੇ ਕੋਲ ਤੈਨੂੰ ਵੇਖਣ ਵਾਲੀ ਅੱਖ ਵੀ ਕੋਈ ਨਹੀਂ, ਮੇਰੇ ਕੋਲ ਤੈਨੂੰ ਸੁਣਨ ਵਾਲੇ ਕੰਨ ਵੀ ਕੋਈ ਨਹੀਂ, ਮੇਰੇ ਕੋਲ ਤੇਰੀ ਉਸਤਤ ਕਰਨ ਵਾਸਤੇ ਰਸਨਾ ਵੀ ਕੋਈ ਨਹੀਂ, ਤੇ ਮੇਰੇ ਕੋਲ ਤੇਰੇ ਕੋਲ ਆਉਣ ਵਾਸਤੇ ਪੈਰ ਵੀ ਕੋਈ ਨਹੀਂ, ਤੇ ਤੈਨੂੰ ਛੂਹਣ ਵਾਸਤੇ ਮੇਰੇ ਕੋਲ ਹੱਥ ਵੀ ਕੋਈ ਨਹੀਂ। ਜੇ ਇਹ ਦਸ਼ਾ ਸਾਡੇ ਵਿੱਚ ਆ ਜਾਏ, ਹੁਣ ਇੱਥੇ ਇਹ ਖਿਆਲ ਕਰਨਾ ਵੀ ਇਹ ਉਦਾਹਰਨਾਂ ਤੇ ਦਿੱਤੀਆਂ ਨੇ ਸਰੀਰ ਦੀਆਂ, ਪਰ ਕਹਾਣੀ ਸਰੀਰ ਦੀ ਨਹੀਂ। ਇਹ ਕਹਾਣੀ ਸਾਡੇ ਮਨ ਦੀ ਹੈ। ਇਹਦੇ ਜੇ ਅਰਥ ਕਰੀਏ ਤੇ ਇਉਂ ਕਰਾਂਗੇ ਕਿ ਸਾਡੇ ਕੋਲ ਸੁਰਤ ਦੀਆਂ ਅੱਖਾਂ ਨਹੀਂ, ਧਿਆਨ ਨਹੀਂ ਸਾਡਾ ਲੱਗਦਾ, ਸਤਿਗੁਰੂ ਬਹਿਨੇ ਆ, ਵਿੱਚ ਵਿੱਚ ਧਿਆਨ ਨਿਕਲ ਜਾਂਦਾ ਹੈ, ਵਿੱਚ ਵਿੱਚ ਸਰੀਰ ਦੇ ਵਿੱਚ ਚਲਾ ਜਾਂਦਾ ਹੈ। ਧਿਆਨ ਸਾਡੇ ਕੋਲ ਨਹੀਂ, ਅੱਖਾਂ ਨਹੀਂ ਹਨ।
ਔਰ ਸਾਡੇ ਕੋਲ ਕੰਨ ਵੀ ਨਹੀਂ ਹਨ, ਸਰੋਤ ਸਾਡੇ ਬਹੁਤ ਕਮਜ਼ੋਰ ਹੈ, ਸਾਡੇ ਤੋਂ ਸੁਣਿਆ ਵੀ ਨਹੀਂ ਜਾਂਦਾ, ਤੇਰੀ ਗੱਲ ਸੁਣਨ ਵਿੱਚ ਅਸਮਰਥ ਹਾਂ। ਫਿਰ ਸਾਡੇ ਸ਼ਬਦ ਵੀ ਚੰਗੇ ਨਹੀਂ, ਅਸੀਂ ਠੀਕ ਢੰਗ ਨਾਲ ਬੋਲ ਵੀ ਨਹੀਂ ਸਕਦੇ ਤੁਹਾਡੇ ਨਾਲ। ਸਾਡੇ ਕੋਲ ਭੈ ਦੇ ਪੈਰ ਵੀ ਕੋਈ ਨਹੀਂ, ਡਰ ਕੋਈ ਨਹੀਂ ਸਾਨੂੰ ਤੁਹਾਡਾ, ਤੁਹਾਡੀ ਪਰਵਾਹ ਨਹੀਂ ਕਰਦੇ, ਲੋਕਾਂ ਦੀ ਪਰਵਾਹ ਕਰਨੇ ਆ। ਤੁਸੀਂ ਕਦੀ ਵੇਖਣਾ ਜੇ 500 1000 ਬੰਦਾ ਬੈਠਾ ਹੋਵੇ ਗੁਰੂ ਗ੍ਰੰਥ ਸਾਹਿਬ ਦੇ ਕੋਲ ਤੇ ਫਿਰ ਮੱਥਾ ਟੇਕਾਂਗੇ ਬੜੀ ਭਾਵਨਾ ਨਾਲ। ਕਿਉਂ? ਇਹ 500 ਆਦਮੀ ਮੈਨੂੰ ਵੇਖ ਰਿਹਾ। ਜੇ ਕਿਤੇ ਦੀਵਾਨ ਹਾਲ ਹੋਵੇ ਖਾਲੀ ਤੇ ਗੁਰੂ ਗ੍ਰੰਥ ਸਾਹਿਬ ਹੋਣ ਇਕੱਲੇ ਤੇ ਫਿਰ ਵੇਖਣਾ ਕਿਵੇਂ ਟੇਕਦਾ, ਫਿਰ ਪਰਵਾਹ ਨਹੀਂ ਕਰੇਗਾ। ਸਾਡੇ ਕੋਲ ਭੈ ਕੇ ਗੁਰੂ ਦੇ ਭੈ ਦੇ ਪੈਰ ਵੀ ਕੋਈ ਨਹੀਂ ਤੇ ਕਰ ਭਾਵ ਕੇ ਪਿਆਰ ਦੇ ਹੱਥ ਵੀ ਕੋਈ ਨਹੀਂ। ਇਹਨਾਂ ਪੰਜਾਂ ਚੀਜ਼ਾਂ ਤੋਂ ਵਾਂਝੇ ਆ। ਇਸ ਕਰਕੇ ਅੱਗੇ ਬੇਨਤੀ ਕਰਦੇ ਨੇ, ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ। ਹੇ ਕਰਤਾਰ, ਕਰੁਣਾ ਮੈਂ, ਕਰੁਣਾ ਦਾ ਅਰਥ ਹੈ ਦਇਆ ਦੇ ਸਮੁੰਦਰ, ਦਇਆਵਾਨ ਕਰੁਣਾ ਮੈਂ। ਕਰੁਣਾ ਸ਼ਬਦ ਬਹੁਤ ਪਿਆਰਾ। ਹੇ ਦਇਆ ਦੇ ਸਮੁੰਦਰ, ਹੇ ਕਰੁਣਾ ਮੈਂ ਕਰਤਾਰ ਵਾਹਿਗੁਰੂ ਦੀਨ ਬੇਨਤੀ ਕਰੈ। ਮੈਂ ਇੱਕ ਕਮਜ਼ੋਰ ਜਿਹਾ ਮਨੁੱਖ ਤੇਰੇ ਅੱਗੇ ਖੜਾ ਹੋ ਕੇ ਅਰਦਾਸ ਕਰ ਰਿਹਾ। ਕਿਹੜੀ ਅਰਦਾਸ? ਨਾਨਕ ਤੁਮਰੀ ਕਿਰਪਾ ਤਰੈ। ਇਹਦੇ ਪੱਲੇ ਦੱਲੇ ਹੈ ਕੱਖ ਨਹੀਂ, ਇਹ ਤੁਹਾਡੀ ਕਿਰਪਾ ਨਾਲ ਹੀ ਇਸ ਰਾਹ ਤੇ ਪਾਰ ਹੋ ਸਕਦਾ ਹੈ, ਇਹਦੇ ਕੋਲ ਕੁਝ ਨਹੀਂ। ਇਹ ਸਾਰੀ ਅਸ਼ਟਪਦੀ ਇਉਂ ਕਹਿ ਲਈਏ, ਇੱਕ ਪਾਸੇ ਸਾਡੇ ਬਣੇ ਹੋਏ ਨਿਰਮਾਣ ਕੀਤੇ ਹੋਏ ਨਕਲੀ ਧਰਮ ਦੇ ਕਿੰਗਰੇ ਟਾਉਂਦੀ ਏ। ਖਿਆਲ ਰੱਖਣਾ, ਮੈਂ ਨਕਲੀ ਧਰਮ ਸ਼ਬਦ ਵਰਤਿਆ ਕਿਉਂਕਿ ਇੱਥੇ ਦੋ ਚੀਜ਼ਾਂ ਅਸਲ ਤੇ ਨਕਲ ਦੋਵੇਂ ਰਹਿੰਦੀਆਂ ਨੇ। ਇਹ ਜਿਹੜੀ ਅਸ਼ਟਪਦੀ ਹੈ ਇਹ ਸਾਡੇ ਨਿਰਮਿਤ ਕੀਤੇ ਹੋਏ, ਭਰਮ ਨਾਲ ਪਾਲੇ ਹੋਏ, ਹੰਕਾਰ ਦੇ ਬਣਾਏ ਹੋਏ, ਆਪਣੇ ਹੀ ਵਿਚਾਰਾਂ ਤੋਂ ਪੈਦਾ ਕੀਤੇ ਹੋਏ ਧਰਮ ਨੂੰ ਕੱਟ ਦਿੰਦੀ ਏ, ਮਾਰ ਦਿੰਦੀ, ਖਤਮ ਕਰ ਦਿੰਦੀ ਏ ਤੇ ਸਾਨੂੰ ਅਰਦਾਸ ਕਰਨ ਦੀ ਜਾਚ ਦੱਸਦੀ ਏ, ਸਾਡੀ ਹਾਲਾਤ ਵਰਣਨ ਕੀਤੀ ਜਾਂਦੀ ਏ। ਅੱਗੇ ਬਚਨ ਕਹਿੰਦੇ, ਸੰਗ ਸਹਾਈ ਸੋ ਆਵੈ ਨਾ ਚੀਤ। ਜਿਹੜਾ ਬਿਲਕੁਲ ਨਾਲ ਸਹਾਇਤਾ ਕਰ ਰਿਹਾ, ਸਾਨੂੰ ਤੋਰ ਰਿਹਾ, ਸਾਡੇ ਸਰੀਰ ਨੂੰ ਸ਼ਕਤੀ ਦੇ ਰਿਹਾ, ਅਕਾਲ ਪੁਰਖ ਵਾਹਿਗੁਰੂ। ਹੇ ਅਕਾਲ ਪੁਰਖ, ਉਹ ਕਦੀ ਸਾਨੂੰ ਚੇਤੇ ਨਹੀਂ ਆਇਆ, ਉਹ ਕਦੀ ਸਾਨੂੰ ਯਾਦ ਨਹੀਂ ਆਇਆ। ਪਰ ਕਹਿੰਦੇ ਜੋ ਬਹਿਰਾਈ ਤਾਂ ਸਿਉ ਪ੍ਰੀਤ। ਜਿਹੜੇ ਸਾਡੇ ਨੁਕਸਾਨ ਕਰਨ ਵਾਲੇ ਅੰਦਰ ਚੋਰ ਨੇ, ਵਿਕਾਰ ਨੇ, ਉਹਨਾਂ ਨਾਲ ਅਸੀਂ ਦਿਨ ਰਾਤ ਪ੍ਰੀਤ ਪਾ ਕੇ ਬੈਠੇ ਰਹਿੰਦੇ, ਉਹਨਾਂ ਵਿੱਚ ਸਾਡਾ ਦਿਨ ਰਾਤ ਜੀਵਨ ਬੀਤਦਾ ਜਾ ਰਿਹਾ। ਫਿਰ ਕਹਿੰਦੇ ਬਲਵਾ ਕੇ ਗ੍ਰਹਿ ਭੀਤਰ ਬਸੈ। ਬਲਵਾ, ਬਲਵਾ ਕਹਿੰਦੇ ਨੇ ਰੇਤ ਨੂੰ, ਗ੍ਰਹਿ ਦਾ ਅਰਥ ਹੈ ਘਰ, ਭੀਤਰ ਵਸੈ। ਕਹਿਣ ਲੱਗੇ ਸਾਨੂੰ ਇਸ ਚੀਜ਼ ਦਾ ਇਲਮ ਹੀ ਨਹੀਂ, ਪਤਾ ਹੀ ਨਹੀਂ ਕਿ ਅਸੀਂ ਉਸ ਘਰ ਵਿੱਚ ਰਹਿ ਰਹੇ ਹਾਂ ਜਿਹੜਾ ਰੇਤ ਦਾ ਬਣਿਆ ਹੋਵੇ। ਬੰਦਾ ਮਕਾਨ ਬਣਾਉਂਦਾ ਹੈ, ਇੰਜੀਨੀਅਰ ਨੂੰ ਕਹਿੰਦਾ ਵੀ ਛੱਤ ਵਿੱਚ ਸਰੀਆ ਵਧੀਆ ਪਾਈ, ਕਿਤੇ ਡਿੱਗ ਨਾ ਪਵੇ, ਧਿਆਨ ਰੱਖੀ, ਖਿਆਲ ਕਰੀ। ਸੱਚੇ ਪਾਤਸ਼ਾਹ ਕਹਿੰਦੇ ਉਹ ਤੇ ਮਕਾਨ ਬਹੁਤ ਵਧੀਆ ਜਿਹਦੇ ਵਿੱਚ ਤੂੰ ਰਹਿੰਦਾ ਹੈ, ਤੇ ਇਹਦੀ ਵਿਆਖਿਆ ਮੈਂ ਇਹ ਗਲਤ ਕਰ ਰਿਹਾ ਵੀ ਜਿਹਦੇ ਵਿੱਚ ਤੂੰ ਰਹਿੰਦਾ। ਹਜੂਰ ਅਸਲ ਵਿੱਚ ਕਹਿੰਦੇ ਨੇ ਜਿਸ ਮਕਾਨ ਦੇ ਵਿੱਚ ਤੇਰਾ ਸਰੀਰ ਰਹਿੰਦਾ ਹੈ ਉਹਨੂੰ ਤੇ ਬਹੁਤ ਪੱਕਾ ਬਣਾਉਣਾ ਹੈ, ਪਰ ਤੂੰ ਜਿਸ ਸਰੀਰ ਦੇ ਵਿੱਚ ਰਹਿਣਾ ਉਹਦੇ ਬਾਰੇ ਕਦੀ ਸੋਚਿਆ ਨਹੀਂ ਉਹ ਕਾਹਦਾ ਬਣਿਆ। ਉਹ ਰੇਤ ਦਾ ਬਣਿਆ ਹੋਇਆ ਹੈ, ਉਹਦਾ ਪਤਾ ਨਹੀਂ ਹੁਣੇ ਡਿੱਗ ਪਵੇ। ਰੇ ਮਨ ਮੂਸ ਬਿਲਾ ਮੈਂ ਗਰਬਤ। ਇੱਕ ਚੂਹਾ ਕਹਿੰਦੇ ਨੇ ਖੁੱਡ ਵਿੱਚ ਬੜਾ ਹੰਕਾਰੀ ਹੋ ਕੇ ਮੁੱਛਾਂ ਫਲਾ ਫਲਾ ਕੇ ਬਹਿੰਦਾ ਸੀ, ਪਰ ਖੁੱਡ ਸੀ ਉਹਦੀ ਉੱਚੀ ਜਿਹਦੇ ਵਿੱਚ ਬਿੱਲੀ ਦਾ ਮੂੰਹ ਪੈ ਜਾਂਦਾ ਸੀ, ਬੜਾ ਹੰਕਾਰ, ਉਹਨੇ ਆ ਕੇ ਫੜ ਲਿਆ। ਇਸ ਤਰ੍ਹਾਂ ਦਾ ਹੀ ਮਨੁੱਖ ਹੈ, ਮੌਤ ਦੀ ਬਿੱਲੀ ਇਹਦੇ ਬਿਲਕੁਲ ਨੇੜੇ ਹੈ, ਪਰ ਇਹ ਹੰਕਾਰੀ ਹੋ ਕੇ ਬੈਠਾ ਰਹਿੰਦਾ। ਇਸ ਤਰ੍ਹਾਂ ਕਹਿੰਦੇ ਬਲਵਾ ਕੇ ਗ੍ਰਹਿ ਭੀਤਰ ਵਸੈ। ਰੇਤ ਦੇ ਘਰ ਵਿੱਚ ਇਹ ਰਹਿ ਰਿਹਾ ਹੈ, ਭਾਵ ਜੋ ਸਰੀਰ ਹੈ ਜਿਹਦਾ ਪਤਾ ਨਹੀਂ ਕਦੋਂ ਡਿੱਗ ਪਏ। ਇਕੱਲਾ ਰਹਿੰਦਾ ਨਹੀਂ। ਸਾਹਿਬ ਕਹਿੰਦੇ ਅਨੰਦ ਕੇਲ ਮਾਇਆ ਰੰਗ ਰਸੈ। ਬੇਫਿਕਰ ਹੋ ਕੇ
ਗਾਫਲ ਹੋ ਕੇ ਇਹ ਖੇਡ ਖੇਡਦਾ ਰਹਿੰਦਾ ਮਾਇਆ ਦੀ। ਇਹਦੀ ਹਾਲਾਤ ਬਹੁਤ ਹੀ ਤਰਸਯੋਗ ਹੈ, ਕਦੀ ਸੋਚਦਾ ਨਹੀਂ। ਉਹਦੇ ਵਿੱਚ ਇੰਨਾ ਗਾਫਲ ਹੋ ਜਾਂਦਾ ਕਿ ਇਹਨੂੰ ਇਸ ਰੇਤ ਦੀ ਖਬਰ ਹੀ ਨਹੀਂ ਰਹਿੰਦੀ, ਵੀ ਪਤਾ ਨਹੀਂ ਕਿੰਨਾ ਚਿਰ ਰਹਿਣਾ ਇਸਨੇ, ਕਿੰਨਾ ਚਿਰ ਚੱਲਣਾ। ਉਹਨਾਂ ਰਸਾਂ ਵਿੱਚ ਫਸਿਆ ਰਹਿੰਦਾ, ਟਿਕਿਆ ਰਹਿੰਦਾ, ਕਦੀ ਖਿਆਲ ਨਹੀਂ ਕਰਦਾ। ਫਿਰ ਕਹਿੰਦੇ ਦ੍ਰਿੜ ਕਰ ਮਾਨੈ ਮਨ ਹੈ ਪ੍ਰਤੀਤ। ਦ੍ਰਿੜ ਕਰ ਮਾਨੈ, ਦ੍ਰਿੜ ਸ਼ਬਦ ਜਿਹੜਾ ਬਹੁਤ ਪਿਆਰਾ। ਇੱਕ ਸ਼ਬਦ ਹੁੰਦਾ ਕੱਟੜ, ਇੱਕ ਹੁੰਦਾ ਦ੍ਰਿੜ। ਸਿੱਖ ਕੱਟੜ ਨਹੀਂ, ਪਰ ਸਿੱਖ ਦ੍ਰਿੜ ਜ਼ਰੂਰ ਹੈ। ਦ੍ਰਿੜ ਸ਼ਬਦ ਬਹੁਤ ਮਿੱਠਾ ਹੈ, ਕੱਟੜ ਸ਼ਬਦ ਦੇ ਵਿੱਚ ਸੁੱਖਾਪਣ ਹੈ, ਖੁਸ਼ਕ ਹੈ। ਦ੍ਰਿੜ ਦਾ ਅਰਥ ਹੈ ਜੋ ਪ੍ਰੇਮ ਨਾਲ ਇੰਨਾ ਭਿੱਜ ਕੇ ਇੰਨਾ ਪੱਕਾ ਹੋ ਗਿਆ ਕਿ ਉਸ ਨੂੰ ਆਪਣੇ ਮਾਰਗ ਤੋਂ ਪਾਸੇ ਨਹੀਂ ਕੀਤਾ ਜਾ ਸਕਦਾ। ਇੱਥੇ ਕਹਿ ਰਹੇ ਨੇ ਬੰਦਾ ਇਹ ਸਾਰੀ ਹਾਲਾਤ ਵਿੱਚ ਮਾਇਆ ਵਿੱਚ ਇੰਨਾ ਦ੍ਰਿੜ ਹੋ ਕੇ ਪੱਕਾ ਬੈਠਾ ਹੈ ਵੀ ਇਹਦੇ ਕੰਨਾਂ ਦੇ ਵਿੱਚੋਂ ਸਾਰਾ ਗੁਰੂ ਗ੍ਰੰਥ ਸਾਹਿਬ ਦੇ ਅਰਥ ਲੰਘਾ ਦਿਓ, ਪਰ ਆਪਣੀ ਗੱਲ ਤੋਂ ਟਸ ਤੋਂ ਮਸ ਨਹੀਂ ਹੁੰਦਾ, ਆਪਣੇ ਵਿਚਾਰ ਨਹੀਂ ਛੱਡਦਾ। ਸਾਰਾ ਪੜ੍ਹ ਲੈਂਦਾ, ਸਾਰਾ ਸੁਣ ਲੈਂਦਾ। ਦ੍ਰਿੜ ਕਰ ਮਾਨੈ, ਇਸ ਸੰਸਾਰ ਨੂੰ ਪੱਕਾ ਕਰਕੇ ਮੰਨ ਲੈਂਦਾ ਵੀ ਇਹ ਇਸੇ ਤਰ੍ਹਾਂ ਹੀ ਰਹਿਣਾ। ਸੁਣੀ ਵੀ ਜਾਂਦਾ, ਕਰੀ ਵੀ ਜਾਂਦਾ ਸਭ ਕੁਝ, ਤੇ ਅੰਦਰ ਬਹਿ ਕੇ ਸੋਚੀ ਜਾਂਦਾ ਕੋਈ ਗੱਲ ਨਹੀਂ, ਇਹ ਤੇ ਭਾਈਆਂ ਪਾਠੀਆਂ ਦਾ ਕੰਮ ਹੀ ਇਹ ਵੇ, ਆਪਣੀ ਮੌਜ ਕਰੋ, ਕੀ ਲੋੜ ਏ, ਇਹ ਕਰਾਉਣਾ ਹੀ ਪੈਂਦਾ ਪਾਠ, ਹੁਣ ਕੀ ਕਰੀਏ, ਜਾਨ ਨਹੀਂ ਛੁੱਟਦੀ। ਸਿੱਖ ਜੂ ਹੋਏ ਤਾਂ ਕਰਕੇ, ਪਰ ਸੁਣਦਾ ਨਹੀਂ। ਇਹਨੂੰ ਫਰੀਦ ਸਾਹਿਬ ਨੇ ਕਿਹਾ, ਫਰੀਦਾ ਕੂਕੇਂਦਿਆਂ ਚਾਂਗੇਂਦਿਆਂ ਮਤੀ ਦੇਂਦਿਆਂ ਨਿਤ, ਜੋ ਸ਼ੈਤਾਨ ਵਝਾਇਆ ਸੇ ਕਿਤ ਫੇਰ ਹੈ ਚਿਤ। ਅੰਦਰਲੇ ਸ਼ੈਤਾਨ ਨੇ, ਮਨ ਨੇ ਜਿਸ ਨੂੰ ਪੁੱਠਾ ਕਰ ਦਿੱਤਾ ਹੈ, ਉਹ ਆਪਣਾ ਚਿੱਤ ਕਿਵੇਂ ਫੇਰੇ। ਔਰ ਸਾਧ ਸੰਗਤ ਜੀ, ਸਭ ਤੋਂ ਵੱਡੀ ਕਰਾਮਾਤ ਹੈ ਬੰਦੇ ਦਾ ਚਿੱਤ ਫੇਰ ਦੇਣਾ। ਖਿਆਲ ਰੱਖੋ, ਕਿਸੇ ਪਹਾੜ ਦਾ ਮੂੰਹ ਫੇਰ ਦੇਣਾ ਬਹੁਤ ਸੌਖਾ ਜੇ। ਕੋਈ ਅਵਤਾਰ ਆਇਆ, ਉਹਨੇ ਆਪਣੇ ਉੱਤੇ ਪਹਾੜ ਚੁੱਕ ਲਿਆ ਹੱਥ ਦੇ, ਕਿਸੇ ਨੇ ਕੁਝ ਕਰ ਲਿਆ, ਕਿਸੇ ਨੇ ਹਾਥੀ ਫੜ ਕੇ ਆਕਾਸ਼ ਵਿੱਚ ਸਿੱਟ ਦਿੱਤੇ। ਇਹ ਤੇ ਕੋਈ ਬਹੁਤਾ ਵੱਡਾ ਗੱਲ ਨਹੀਂ। ਉਹ ਹਾਥੀ ਤੇ ਛੋਟਾ ਜਿਹਾ ਸੀ, ਹੁਣ ਤੇ ਵੱਡੇ ਵੱਡੇ ਜਹਾਜ਼ ਉੱਡੇ ਫਿਰਦੇ ਨੇ ਆਕਾਸ਼ ਵਿੱਚ। ਇਹ ਕਿਹੜੀ ਕੁਰਬਾਨੀ ਕਰ ਦਿੱਤੀ ਹਾਥੀ ਵਗਾ ਕੇ। ਜੇ ਕੁਝ ਕਰਨਾ ਤਾਂ ਗੁਰੂ ਅਰਜਨ ਦੇਵ ਜੀ ਨੇ ਕੀਤਾ, ਗੁਰੂ ਨਾਨਕ ਦੇਵ ਜੀ ਨੇ ਕੀਤਾ। ਉਹ ਕੀ ਕੀਤਾ? ਉਹ ਸਾਹਿਬ ਨੇ ਕਿਹਾ, ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਬਾਰ। ਉਹ ਕੀਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿ ਜਿਹੜਾ ਅੱਜ ਬੰਦਾ ਹੱਥ ਵਿੱਚ ਸ਼ਰਾਬ ਦੀ ਬੋਤਲ ਫੜ ਕੇ ਫਿਰਦਾ ਸੀ, ਅੱਜ ਉਹ ਪੋਸਤ ਖਾਂਦਾ ਸੀ, ਸ਼ਰਾਬ ਪੀਂਦਾ ਸੀ, ਕੇਸ ਕੱਟਦਾ ਸੀ, ਪੂਰੇ ਗੁਰੂ ਨੇ, ਗੁਰੂ ਗ੍ਰੰਥ ਸਾਹਿਬ ਜੀ ਨੇ ਮਾਰਿਆ ਤੀਰ ਆਪਣੇ ਸ਼ਬਦ ਦਾ। ਉਸ ਬੰਦੇ ਦੀ ਅੰਦਰਲੀ ਖਿਆਲ ਸ਼ਕਤੀ ਨੂੰ ਪਲਟਾ ਕੇ ਰੱਖ ਦਿੱਤਾ। ਇਹਨੂੰ ਕਹਿੰਦੇ ਨੇ ਮਾਨਸ ਤੇ ਦੇਵਤੇ ਕੀ। ਜਿਹੜੇ ਹੱਥ ਵਿੱਚ ਬੋਤਲ ਸੀ, ਉਸ ਹੱਥ ਵਿੱਚ 5 ਬਾਣੀਆਂ ਵਾਲਾ ਗੁਟਕਾ ਫੜਿਆ ਹੋਇਆ। ਇਹ ਵੇ ਸਭ ਤੋਂ ਵੱਡੀ ਕਰਾਮਾਤ। ਜਿਹੜੇ ਮੂੰਹ ਦੇ ਵਿੱਚ ਗੰਦਮੰਦ ਨਸ਼ੇ ਪੈਂਦੇ ਸਨ, ਉਸ ਰਸਨਾ ਦੇ ਉੱਤੇ ਆਨੰਦ ਸਾਹਿਬ ਧਾਰ ਬਣ ਕੇ ਵਹਿੰਦਾ। ਇਹ ਹੈ ਮਾਨਸ ਤੋਂ ਦੇਵਤੇ ਹੋ ਗਿਆ। ਕਿੰਨੇ ਕੀਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ। ਇਹ ਗੁਰੂ ਕੇ ਸ਼ਬਦ ਦੀ ਕਲਾ ਹੈ, ਰਹਿਮਤ ਹੈ, ਬਦਲ ਦਿੰਦਾ ਆਦਮੀ ਨੂੰ। ਸਭ ਤੋਂ ਵੱਡੀ ਕਲਾ ਇਹ ਹੈ, ਸਭ ਤੋਂ ਵੱਡੀ ਕਰਾਮਾਤ ਇਹ ਹੈ। ਪਰ ਕਹਿੰਦੇ ਜਿਹੜਾ ਮਨੁੱਖ ਅੰਦਰ ਪੱਕਾ ਹੋ ਜਾ, ਦ੍ਰਿੜ ਕਰ ਮਾਨੈ, ਮਨੈ ਪ੍ਰਤੀਤ, ਅੰਦਰ ਪ੍ਰਤੀਤ ਪੱਕੀ ਜਮਾ ਲੈਂਦਾ ਹੈ ਕਿ ਸੰਸਾਰ ਇਸੇ ਤਰ੍ਹਾਂ ਹੀ ਰਹਿਣਾ। ਕਾਲ ਨਾ ਆਵੇ ਮੂੜੇ ਚੀਤ। ਇਸ ਮੂਰਖ ਦੇ ਮਨ ਵਿੱਚ ਕਦੀ ਕਾਲ ਯਾਨੀ ਕਿ ਅੰਤ ਮੌਤ ਚੇਤੇ ਨਹੀਂ ਆਉਂਦੀ। ਜਦੋਂ ਇਹ ਵਿਆਖਿਆ ਕੀਤੀ ਨਾ ਜਿਹੜੀ ਬੜੀ ਭੈਦਾਇਕ ਸੀ, ਤੇ ਕਿਸੇ ਸਿੱਖ ਨੇ ਉੱਠ ਕੇ ਹੱਥ ਜੋੜ ਕੇ ਕਿਹਾ ਕਿ ਮਹਾਰਾਜ ਇਹ ਕਿਉਂ ਹੁੰਦਾ ਹੈ? ਸਾਰਾ ਕੁਝ ਸਮਝ ਵੀ ਲਈਦਾ, ਸਿੱਖ ਵੀ ਲਈਦਾ, ਪਤਾ ਵੀ ਲੱਗ ਜਾਂਦਾ, ਫਿਰ ਕਿਉਂ ਆਪਾਂ ਗਲਤ ਪਾਸੇ ਤੁਰ ਜਾਂਦੇ ਹਾਂ?
ਤੇ ਗੁਰੂ ਅਰਜਨ ਦੇਵ ਜੀ ਨੇ ਉਹਦਾ ਜਵਾਬ ਦਿੱਤਾ, ਕਹਿਣ ਲੱਗੇ ਸੱਜਣਾ, ਇਹਦਾ ਕਾਰਨ ਹੈ ਕਿ ਬੰਦਾ ਸਮਝ ਕੇ ਵੀ ਫਿਰ ਰਾਹ ਤੇ ਨਹੀਂ ਤੁਰਦਾ। ਇਹਦਾ ਕਾਰਨ ਹੈ ਕਿ ਆਹ ਜਿਹੜੇ ਉੱਪਰ ਵਾਲੇ ਕੰਮ ਨੇ ਨਾ, ਇਹ ਅਸੀਂ ਇੱਕ ਜਨਮ ਦੇ ਨਹੀਂ, ਕਈ ਜਨਮਾਂ ਦੇ ਕਰੀ ਜਾਂਦੇ ਆ, ਤੇ ਉਹਨਾਂ ਦਾ ਅਭਿਆਸ ਅੰਦਰ ਬੈਠ ਗਿਆ। ਉਹ ਕੰਮ ਗਿਣ ਦਿੱਤੇ: ਵੈਰ, ਵਿਰੋਧ, ਕਾਮ, ਕ੍ਰੋਧ, ਮੋਹ, ਝੂਠ, ਵਿਕਾਰ, ਮਹਾਲੋਭ, ਧਰੋਹ। ਇਹ ਕਿੰਨੇ ਕੁ ਕਰਮ ਨੇ। ਇਆਹੂ ਜੁਗਤ, ਆ ਕੰਮ ਕਰਦਿਆਂ ਬਿਹਾਨੇ ਕਈ ਜਨਮ ਲੰਘ ਗਏ ਨੇ। ਹੁਣ ਛੱਡਣ ਕਿਵੇਂ ਛੁੱਟਣਗੇ? ਇਹਦਾ ਕਾਰਨ ਇਹ ਹੈ, ਜਿਸ ਕੰਮ ਨੂੰ ਲੱਖ ਵਾਰੀ ਕੀਤਾ, 1000 ਵਾਰੀ ਕੀਤਾ, ਤੁਸੀਂ ਕਦੀ ਵੇਖਣਾ ਬੰਦਾ ਜਦੋਂ ਇੱਕ ਪਾਸੇ ਕਿਸੇ ਰਾਹ ਤੇ ਜਾਏ ਤੇ ਦੂਜੇ ਤੇ ਜਾਣਾ ਹੋਵੇ ਤੇ ਪਤਾ ਨਹੀਂ ਲੱਗਦਾ, ਗੱਡੀ ਉਧਰ ਨੂੰ ਮੁੜ ਜਾਂਦੀ, ਉਸ ਰਾਹ ਤੇ ਨਿਕਲ ਜਾਂਦਾ। ਜਿਹੜੇ ਰਾਹ ਤੇ 150 ਵਾਰੀ 1000 ਵਾਰੀ ਗਿਆ, ਜੇ ਬਦਲਣਾ ਪੈ ਜਾਏ ਤੇ ਇੱਕ ਹਫ਼ਤਾ ਲੱਗਦਾ ਬੰਦੇ ਨੂੰ ਬਦਲਣ ਲੱਗਿਆ। ਉਹਦੇ ਦਿਮਾਗ ਵਿੱਚੋਂ ਉਹਦੀ ਧਾਰ ਤਾਂ ਨਿਕਲਦੀ ਹੈ। ਤੇ ਇਹਨਾਂ ਕੰਮਾਂ ਨੂੰ ਕਰਦਿਆਂ ਕਈ ਜਨਮ ਲੱਗ ਗਏ, ਪਰ ਹੁਣ ਇਹਨਾਂ ਨੂੰ ਠੀਕ ਕਰਦਿਆਂ ਕਈ ਜਨਮ ਨਹੀਂ ਲੱਗਣੇ ਚਾਹੀਦੇ, ਕਿਉਂਕਿ ਇਹ ਬੜਾ ਇੱਕ ਅਹਿਮ ਸਵਾਲ ਹੈ ਵੀ ਕਈ ਜਨਮ ਲੱਗਣਗੇ। ਹਜ਼ੂਰ ਕਹਿੰਦੇ ਜੇ ਤੇ ਆਪ ਕਰੇਗਾ ਫਿਰ ਤੇ ਪਤਾ ਨਹੀਂ ਕਈ ਜਨਮ ਲੱਗ ਕੇ ਵੀ ਨਾ ਹੋਵੇ, ਤੇ ਜੇ ਤੂੰ ਮੇਰੇ ਕੋਲ ਆ ਗਿਆ ਫਿਰ ਦੇਖ ਲਾਂਗੇ ਭਲਾ ਕਿੰਨਾ ਚਿਰ ਲੱਗਦਾ। ਕਰਤ ਨਾ ਲਾਗੀ ਬਾਰ, ਕੋਈ ਦੇਰ ਨਹੀਂ ਲੱਗੇਗੀ, ਕੋਈ ਸਮਾਂ ਨਹੀਂ ਲੱਗੇਗਾ। ਇਸ ਕਰਕੇ ਕਹਿੰਦੇ ਵੈਰ ਵਿਰੋਧ, ਵੈਰ ਵਿਰੋਧ ਕਰਦਿਆਂ ਕਰਦਿਆਂ ਕਈ ਜਨਮ ਗੁਜ਼ਰ ਗਏ ਨੇ। ਕਾਮ, ਕ੍ਰੋਧ, ਮੋਹ, ਕਾਮ, ਕ੍ਰੋਧ ਤੇ ਮੋਹ ਵਿੱਚ ਫਸਿਆਂ ਕਈ ਜਨਮ ਲੰਘ ਗਏ। ਝੂਠ, ਬੇਕਾਰ, ਮਹਾ ਲੋਭ, ਧਰੋਹ, ਲੋਕਾਂ ਨੂੰ ਧੋਖਾ ਦਿੰਦਿਆਂ, ਲੋਕਾਂ ਦੀਆਂ ਜੇਬਾਂ ਕੱਟਦਿਆਂ। ਧਰੋਹ ਦਾ ਅਰਥ ਹੈ ਧੋਖਾ ਦੇਣਾ। ਇਹ ਸਭ ਤੋਂ ਵੱਡਾ ਪਾਪ ਹੈ। ਪਾਪ ਤੇ ਬਹੁਤ ਸਾਰੇ ਨੇ, ਪਰ ਸਾਧ ਸੰਗਤ ਕਿਸੇ ਬੰਦੇ ਦੇ ਅੱਗੇ ਖੁਸ਼ ਜਿਹਾ ਮੂੰਹ ਬਣਾ ਕੇ ਬੋਲੀ ਜਾਣਾ ਤੇ ਵਿੱਚੋਂ ਉਹਦਾ ਨੁਕਸਾਨ ਕਰੀ ਜਾਣਾ, ਇਸ ਪਾਪ ਵਰਗਾ ਹੋਰ ਕੋਈ ਪਾਪ ਨਹੀਂ। ਕਿਸੇ ਸਿਆਣੇ ਨੇ ਕਿਹਾ, ਦੁਸ਼ਮਣ ਨੂੰ ਸਾਫ਼ ਦੱਸ ਦੇ ਕਿ ਮੈਂ ਤੇਰਾ ਦੁਸ਼ਮਣ ਹਾਂ, ਸ਼ਾਇਦ ਤੇਰੀ ਦੁਸ਼ਮਣੀ ਪਾਪ ਨਾ ਹੋਵੇਗੀ। ਮਿੱਤਰ ਨੂੰ ਸਾਫ਼ ਦੱਸ ਦੇ ਕਿ ਮੈਂ ਤੇਰਾ ਮਿੱਤਰ ਹਾਂ। ਇਹਨੂੰ ਪਾਲ ਕੇ ਵੇਖ। ਇਹ ਹੈ ਰਹਿਤ ਜੀਵਨ ਦੀ। ਅਸੀਂ ਕੀ ਕਰਨੇ ਹਾਂ? ਸਾਡੇ ਸਮਾਜ ਦੀ ਹਾਲਾਤ ਤੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਾਂ ਨਾਲ ਮੇਲ ਨਹੀਂ ਖਾਂਦੀ। ਤੁਸੀਂ ਸਮਾਜ ਵਿੱਚ ਵਿਚਰ ਕੇ ਵੇਖੋ, ਹਰ ਇੱਕ ਆਦਮੀ ਕਹਿ ਰਿਹਾ ਹੈ ਫਲਾਣਾ ਬੰਦਾ ਹੈ ਤੇ ਬਹੁਤ ਵਧੀਆ, ਬਚ ਕੇ ਰਹਿਣਾ ਉਹਦੇ ਤੋਂ। ਸਾਰੇ ਕਹਿ ਰਹੇ ਨੇ ਇੱਕ ਦੂਜੇ ਤੋਂ ਬਚ ਕੇ ਰਹਿਣਾ। ਕਮਾਲ ਹੋ ਗਈ। ਧਰਮੀ ਵੀ ਧਰਮੀਆਂ ਤੋਂ ਬਚ ਕੇ ਰਹਿ ਰਹੇ ਨੇ। ਬਚ ਕੇ ਰਹਿਣਾ ਉਹਦੇ ਤੋਂ, ਤੇ ਬਚਣਾ ਕਿਹਦੇ ਤੋਂ ਹੈ? ਜਿਹੜਾ ਆਪ ਹੀ ਨਹੀਂ ਬਚਿਆ ਉਹ ਦੂਜੇ ਦਾ ਕੀ ਗਵਾਏਗਾ? ਇਸ ਤਰ੍ਹਾਂ ਦੀਆਂ ਜਿਹੜੀਆਂ ਅੰਦਰ ਸਾਡੇ ਬੈਠੀਆਂ ਹੋਈਆਂ ਵਿਚਾਰਾਂ ਨੇ, ਇਹ ਹੀ ਸਾਡੇ ਅੰਦਰ ਬਾਣੀ ਨੂੰ ਟਿਕਣ ਨਹੀਂ ਦਿੰਦੀਆਂ। ਜੋ ਅਸੀਂ ਧੋਖੇਬਾਜ਼ ਹਾਂ, ਧੋਖਾ ਦਿੰਦੇ ਹਾਂ ਇੱਕ ਦੂਜੇ ਨੂੰ। ਜਿੱਦਣ ਆਦਮੀ ਸਰਲ ਹੋ ਜਾਏਗਾ, ਬਿਲਕੁਲ ਸਾਫ਼, ਭਾਵੇਂ ਉਹ ਧੋਖਾ ਦੇਵੇ ਵੀ, ਉਹਨੂੰ ਸਿੱਧਾ ਕਹਿ ਦੇਗਾ ਵੀ ਮੈਂ ਤੈਨੂੰ ਦੇਣਾ ਹੀ, ਹੁਣ ਧੋਖਾ ਆਪਣਾ ਬਚਾਅ ਕਰ ਲਈ, ਤੂੰ ਮੇਰੇ ਨਾਲ ਇਹ ਕੰਮ। ਇਹ ਚੀਜ਼ ਹੋਰ ਹੈ। ਭਾਵੇਂ ਮੈਂ ਇਹਦੇ ਉੱਤੇ ਮੋਹਰ ਨਹੀਂ ਲਾ ਰਿਹਾ ਵੀ ਚੰਗੀ ਗੱਲ ਹੈ, ਪਰ ਫਿਰ ਵੀ ਉਹ ਇੱਕ ਨੇਕ ਇਨਸਾਨ ਹੈ, ਚੰਗਾ ਹੈ, ਦੱਸ ਤਾਂ ਦਿੱਤਾ। ਤਾਂ ਜੀ ਇੱਧਰੋਂ ਤਾਂ ਬੜੇ ਮਿੱਠੇ ਮਿੱਠੇ ਬਚਨ, ਸੋਹਣੇ ਸੋਹਣੇ ਬਚਨ, ਤੇ ਵਿੱਚੋਂ ਬਦਲੀ ਜਾਣਾ ਕੰਮ ਇਹ ਗਲਤ ਹੈ, ਬਹੁਤ ਜ਼ਿਆਦਾ। ਇਸ ਕਰਕੇ ਕਹਿੰਦੇ ਧਰੋਹ ਕਰਦਿਆਂ ਵੀ ਕਈ ਜਨਮ ਲੰਘ ਗਏ। ਝੂਠ, ਵਿਕਾਰ, ਮਹਾ ਲੋਭ, ਧਰੋਹ। ਸਾਹਿਬ ਕਹਿੰਦੇ ਇਆਹੂ ਜੁਗਤ, ਇਸ ਤਰ੍ਹਾਂ ਕਰਦਿਆਂ ਕਰਦਿਆਂ ਬਿਹਾਨੇ ਕਈ ਜਨਮ ਸਤਿਗੁਰੂ ਜੀ ਗੁਜ਼ਰ ਗਏ ਹਨ। ਨਾਨਕ ਰਾਖ ਲਿਹੋ ਆਪਣ ਕਰ ਕਰਮ। ਕਰਮ ਦੇ ਅਰਥ ਨੇ ਰਹਿਮਤ। ਤੁਸੀਂ ਆਪਣੀ ਰਹਿਮਤ ਕਰਕੇ ਬਚਾ ਲਓ, ਅਸੀਂ ਇਸ ਹਾਲਾਤ ਵਿੱਚੋਂ ਨਿਕਲ ਨਹੀਂ ਸਕਦੇ। ਅਖੀਰ ਵਿੱਚ ਕਿਹਾ, ਕਹਿੰਦੇ ਤੂੰ ਠਾਕੁਰ ਤੁਮ ਪਹਿ ਅਰਦਾਸ। ਠਾਕ ਉਰ, ਠਾਕ ਦਾ ਅਰਥ ਹੈ ਰੋਕਣਾ, ਉਰ ਦਾ ਅਰਥ ਹੈ ਹਿਰਦਾ। ਹੇ ਹਿਰਦੇ ਨੂੰ ਰੋਕਣ ਵਾਲੇ, ਹੇ ਵਹਿੰਦੇ ਹੋਏ ਮਨ ਨੂੰ ਧੀਰਜ ਦੇਣ ਵਾਲੇ ਠਾਕ ਉਰ, ਠਾਕੁਰ ਜੀ, ਅਕਾਲ ਪੁਰਖ ਜੀ, ਤੁਹਾਡੇ ਕੋਲ ਮੇਰੀ ਇੱਕ ਅਰਦਾਸ ਹੈ
ਤੇ ਅਰਦਾਸ ਦਾ ਨਿਯਮ ਅੱਗੇ ਦੱਸਿਆ ਵੀ ਅਰਦਾਸ ਕਦੋਂ ਹੁੰਦੀ ਏ। ਸਭ ਕਹਿੰਦੇ ਜੀਓ ਪਿੰਡ ਸਭ ਤੇਰੀ ਰਾਸ। ਰਾਸ ਦਾ ਅਰਥ ਨੇ ਪੂੰਜੀ, ਰਾਸ਼ੀ। ਮੇਰੀ ਜਿੰਦ ਤੇ ਮੇਰਾ ਸਰੀਰ, ਪਿੰਡ ਦੇ ਅਰਥ ਨੇ ਸਰੀਰ, ਇਹ ਤੇਰੀ ਹੀ ਤਾਂ ਰਾਸ਼ੀ ਏ, ਤੇਰੇ ਤੇ ਬਣਾਏ ਹੋਏ ਨੇ। ਇਸ ਲਈ ਤੂੰ ਇਹਨਾਂ ਦੀ ਸੰਭਾਲ ਕਰ। ਤੂੰ ਮੇਰੀ ਜਿੰਦ ਨੂੰ ਤੇ ਮੇਰੇ ਸਰੀਰ ਨੂੰ ਹਿਫਾਜ਼ਤ ਦੇ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ। ਤੂੰ ਹੀ ਸਾਡੀ ਮਾਂ ਹੈ, ਤੂੰ ਹੀ ਪਿਤਾ ਹੈ, ਅਸੀਂ ਤੇਰੇ ਬੱਚੇ ਹਾਂ, ਭਾਵ ਤੇਰੀ ਗੋਦ ਵਿੱਚ ਹਾਂ। ਇਹ ਜਿਹੜੇ ਸਾਰੇ ਲਫ਼ਜ਼ ਨੇ ਅਰਦਾਸ ਦੇ ਸਾਰੇ ਅੰਗ ਨੇ। ਅਰਦਾਸੀਆ ਆਪਣੇ ਗੁਰੂ ਨੂੰ ਮਾਤਾ ਪਿਤਾ ਵਾਂਗ ਪਿਆਰ ਕਰੇ, ਉਹਦੇ ਤੇ ਭਰੋਸਾ ਕਰੇ, ਫਿਰ ਗੁਰੂ ਕੰਮ ਕਰਦਾ। ਫਿਰ ਕਹਿੰਦੇ ਤੁਮਰੀ ਕਿਰਪਾ ਮਹਿ ਸੂਖ ਕਨੇਰੇ। ਬਹੁਤ ਪਿਆਰਾ ਲਫ਼ਜ਼ ਹੈ। ਸਿੱਖ ਗੁਰੂ ਨੂੰ ਇੱਕੋ ਚੀਜ਼ ਕਹਿੰਦਾ, ਮਹਾਰਾਜ ਕਿਰਪਾ ਕਰ ਦਿਓ, ਕਿਰਪਾ ਕਰ ਦਿਓ, ਕਿਰਪਾ ਕਰ ਦਿਓ। ਪਰ ਅਣਜਾਣ ਪੁਣੇ ਵਿੱਚ ਅਸੀਂ ਇੱਕ ਇੱਕ ਸੁੱਖ ਮੰਗਦੇ ਰਹਿੰਦੇ ਹਾਂ। ਇੱਕ ਸੁੱਖ ਦਿਓ, ਆਹ ਦੇ ਦਿਓ ਜੀ, ਆਹ ਦੇ ਦਿਓ। ਗੁਰੂ ਸਾਹਿਬ ਕਹਿੰਦੇ ਕਿਰਪਾ ਮੰਗ ਲੈ, ਉਹਦੇ ਵਿੱਚ ਸਾਰੇ ਸੁੱਖ ਆ ਜਾਣਗੇ। ਤੁਮਰੀ ਕਿਰਪਾ ਮੈਂ ਸੂਖ ਕਨੇਰੇ, ਸਾਰੇ ਸੁੱਖ ਉਹਦੇ ਵਿੱਚ ਨੇ। ਇਸ ਲਈ ਜਿਹੜੀ ਅਰਦਾਸ ਬਣਾਈ ਗਈ ਹੈ ਨਾ, ਉਹਦੇ ਵਿੱਚ ਸਾਰੀਆਂ ਮੰਗਾਂ ਆ ਜਾਂਦੀਆਂ ਨੇ। ਅਸੀਂ ਵੈਸੇ ਹੀ ਪਰਤ ਕੇ ਭਾਈ ਸਾਹਿਬ ਦੇ ਪਿੱਛੇ ਚੜੇ ਫਿਰਨੇ, ਆਹ ਵੀ ਕਹੋ ਜੀ, ਜ਼ਰੂਰ ਆ ਕਰੋ। ਉਹਦੇ ਵਿੱਚ ਸਭ ਕੁਝ ਆ ਜਾਂਦਾ, ਸਰੀਰ, ਮਨ, ਕਾਰੋਬਾਰ, ਸਭ ਕੁਝ ਆ ਜਾਂਦਾ ਹੈ। ਇਸ ਕਰਕੇ ਕਹਿੰਦੇ ਸਾਰੇ ਸੁੱਖ ਉਹਦੀ ਕਿਰਪਾ ਵਿੱਚ ਨੇ। ਹਜ਼ੂਰ ਕਹਿੰਦੇ ਕੋਏ ਨਾ ਜਾਣੈ ਤੁਮਰਾ ਅੰਤ। ਤੇਰਾ ਕੋਈ ਅੰਤ ਨਹੀਂ ਜਾਣ ਸਕਦਾ। ਉੱਚੇ ਤੇ ਉੱਚਾ ਭਗਵੰਤ, ਤੂੰ ਉੱਚੇ ਤੋਂ ਉੱਚਾ, ਵੱਡੇ ਤੋਂ ਵੱਡਾ। ਫਿਰ ਕਹਿੰਦੇ ਸਗਲ ਸਮਗਰੀ ਤੁਮਰਾ ਸੂਤਰ ਧਾਰੀ। ਸੂਤਰ ਦਾ ਅਰਥ ਹੈ ਜਿਵੇਂ ਇੱਕ ਬਿਲਡਿੰਗ ਦੇ ਵਿੱਚ ਹਜ਼ਾਰਾਂ ਚੀਜ਼ਾਂ ਲਾਈਟ ਨਾਲ ਚੱਲਦੀਆਂ ਨੇ, ਏਸੀ ਚੱਲਦੇ ਨੇ, ਲਾਈਟਾਂ ਚੱਲਦੀਆਂ, ਪੱਖੇ ਚੱਲਦੇ, ਪਰ ਉਹਦਾ ਕੰਟਰੋਲ ਰੂਮ ਇੱਕੋ ਹੀ ਹੁੰਦਾ, ਛੋਟਾ ਜਿਹਾ, ਤੇ ਇੱਕ ਆਦਮੀ ਹੱਥ ਵਿੱਚ ਸਾਰਾ ਕੁਝ ਫੜ ਕੇ ਬੈਠਾ। ਉੱਥੋਂ ਕਿਸੇ ਨੂੰ ਬੰਦ ਕਰਨਾ ਚਾਹੇ ਬੰਦ ਕਰਦਾ, ਚਲਾਉਣਾ ਚਾਹੇ ਚਲਾਦਾ। ਇਸ ਤਰ੍ਹਾਂ ਕਹਿੰਦੇ ਹੈ ਅਕਾਲ ਪੁਰਖ, ਭਾਵੇਂ ਸੰਸਾਰ ਕਿੰਨਾ ਵੱਡਾ ਹੈ ਤੇ ਪਦਾਰਥ ਕਿੰਨੇ ਨੇ, ਪਰ ਸਾਰਿਆਂ ਦੀ ਚਾਬੀ ਤੇਰੇ ਹੱਥਾਂ ਵਿੱਚ ਹੈ। ਤੂੰ ਜਿਹਨੂੰ ਚਾਹੇ ਜਿਵੇਂ ਮਰਜ਼ੀ ਚਲਾ ਸਕਣਾ। ਸਗਲ ਸਮਗਰੀ ਤੁਮਰਾ ਸੂਤਰ ਧਾਰੀ। ਤੁਮ ਤੇ ਹੋਏ ਸੁਆਗਿਆਕਾਰੀ। ਜਿਹੜਾ ਕੋਈ ਮਨੁੱਖ ਤੇਰੇ ਪਿਆਰ ਵਿੱਚ ਜੁੜ ਜਾ, ਉਹ ਤੇਰੀ ਆਗਿਆ ਵਿੱਚ ਰਹਿਣ ਲੱਗ ਪੈਂਦਾ, ਤੇਰੇ ਪਿਆਰ ਵਿੱਚ ਜਿਉਣ ਲੱਗ ਪੈਂਦਾ। ਫਿਰ ਸਾਹਿਬ ਕਹਿੰਦੇ ਤੁਮਰੀ ਗਤ ਮਿਤ ਤੁਮ ਹੀ ਜਾਨੀ। ਨਾਨਕ ਦਾਸ ਸਦਾ ਕੁਰਬਾਨੀ। ਗਤ ਮਿਤ, ਤੇਰੀ ਤਾਕਤ ਤੇ ਤੇਰੀ ਗਤੀ ਨੂੰ ਤੂੰ ਹੀ ਜਾਣਨਾ ਹੈ। ਮੈਂ ਸਦਾ ਤੇਰੇ ਤੋਂ ਕੁਰਬਾਨ ਬਲਿਹਾਰ ਜਾਨਾ। ਆਓ 1 2 4 ਮਿੰਟ ਵਾਸਤੇ ਜੁੜੀਏ ਗੁਰੂ ਚਰਨਾਂ ਨਾਲ। ਸਾਰਿਆਂ ਨੇ ਕਿਰਪਾ ਕਰਨੀ। ਵਾਹਿਗੁਰੂ 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 ਵਾਹਿਗੁਰੂ। ਸੋ ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।